सिमरो अंगद दुख निकंदना। गुरु अमरदास हृदय नित ध्याऊं, हृदय नित श्री गुरु रामदास गुण गुरु अर्जन विघ्नन के नाशक, विघ्नन के नाशक। श्री हरि गोबिंद सुमत पर श्री हरि राय नमो कर जोरी, नमो कर जोरी। श्री हरि कृष्ण मनाऊं गुरु तेग बहादुर परम कृपाला, परम कृपाला। श्री गुरु गोविंद सिंह बेसाला। करो तरा पर पुन पुन सीसा, पुन पुन सीसा। बंदो बार बार जगदीसा। एक ओंकारा सतगुरु ते प्रसाद सच होए। वाहिगुरु जी की फतेह है। विनाशन सोए। वाहिगुरु जी की फतेह है। विनाशन सोए। दोहरा एक दिन सतगुर चढ़े अखेरा, भय तरंग अरूढ़ सबेरा। सपट सिख दल संग सुहंता, सबके बीच चलै भगवंता। वाहिगुरु जी का खालसा, वाहिगुरु जी की फतेह। आओ गुरु प्यारे, गुरु सवारे सतसंगी जनो, रोजाना की तरह पातशाह जी की अपार किरपा बख्शिश का सदका पिछले पहरां दे दीवान सजाउंदे होए आप जी सतगुरु पातशाह जी के चरना कमलों विखे हाजरियां लवा रहे हो। आओ लड़ीवार इतिहास की कथा विचार नाल जुड़ना करिए जी। ਆਪਾਂ ਵਿਚਾਰਾਂ ਸਰਵਣ ਕਰ ਰਹੇ ਹਾਂ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਨੀ ਅਤੇ ਫਿਰ ਉਹਨਾਂ ਨੂੰ ਉਹ ਜਿਹੜੀਆਂ ਪੁਰਾਣੀਆਂ ਰੀਤੀਆਂ ਕੁਰੀਤੀਆਂ ਚੱਲਦੀਆਂ ਆ ਰਹੀਆਂ ਸੀ ਉਹਨਾਂ ਦੇ ਬਾਰੇ ਸਮੇਂ-ਸਮੇਂ 'ਤੇ ਗਿਆਨ ਦਿੰਦੇ ਰਹਿਣਾ। ਜੋ ਅੱਜ ਦੀ ਕਥਾ ਹੈ ਇਹਦੇ ਵਿੱਚ ਸਤਿਗੁਰਾਂ ਨੇ ਸਿੱਖ ਪੰਥ ਨੂੰ ਇਹ ਦੱਸਿਆ ਕਿ ਜਿਹੜਾ ਸਿੱਖ ਹੈ ਉਹ ਨਿਆਰਾ ਹੈ। ਉਹ ਜਨੇਊ ਧੋਤੀ ਬੋਦੀ ਟਿੱਕਾ ਆਦਿ ਇਹਨਾਂ ਤੋਂ ਰਹਿਤ ਹੈ। ਇਹਨਾਂ 'ਚੋਂ ਕੋਈ ਵੀ ਚੀਜ਼ ਆਪਣੇ ਸਰੀਰ 'ਤੇ ਨਹੀਂ ਵਰਤੇਗਾ। ਜੋ ਮੈਂ ਖਾਲਸਾ ਜੀ ਨੂੰ ਪੰਜ ਕਕਾਰੀ ਬਣਾਇਆ ਇਹ ਪੰਜ ਕਕਾਰ ਪਹਿਨੇਗਾ ਹਮੇਸ਼ਾ। ਔਰ ਗਾਤਰੇ ਤਲਵਾਰ ਪਹਿਨ ਕੇ ਰੱਖੇਗਾ। ਉਹਨਾਂ ਸਮੇਂ ਤਾਂ ਸਿੰਘ ਜਿਹੜੇ 3 ਫੁੱਟੀ ਤਲਵਾਰ ਹਮੇਸ਼ਾ ਪਾ ਕੇ ਰੱਖਦੇ ਸੀ। ਔਰ ਰੱਖਣੀ ਵੀ ਚਾਹੀਦੀ ਹੈ। ਗਾਹੇ ਅਵਗਾਹੇ ਰਕਸ਼ਾ ਦੇ ਵਾਸਤੇ ਬਹੁਤ ਸੁੰਦਰ ਪਾਤਸ਼ਾਹ ਨੇ ਕਿਰਪਾ ਕੀਤੀ ਹੈ। ਕਿਸੇ ਤੋਂ ਲਾਇਸੈਂਸ ਲੈਣ ਦੀ ਲੋੜ ਨਹੀਂ ਸਾਨੂੰ। ਗੁਰੂ ਵਾਲੇ ਬਣੋ ਅਤੇ ਪਾਤਸ਼ਾਹ ਦੀ ਕਿਰਪਾ ਸਦਕਾ ਸ਼ਸਤਰ ਆਪਣੇ ਕੋਲ ਰੱਖੋ। ਹੁਣ ਕੀ ਹੋਇਆ, ਸਤਿਗੁਰੂ ਪਾਤਸ਼ਾਹ ਜੀ ਇੱਕ ਦਿਨ ਸ਼ਿਕਾਰ ਗਏ ਨੇ। ਜਦ ਸ਼ਿਕਾਰ ਖੇਡਣ ਗਏ ਤੇ ਉੱਥੇ ਘਟਨਾ ਘਟੀ ਆ ਜਿੱਥੇ ਫਿਰ ਪਾਤਸ਼ਾਹ ਜੀ ਨੇ ਸੰਗਤਾਂ ਨੂੰ ਅੱਜ ਜਨੇਊ ਦੇ ਬਾਰੇ ਗਿਆਨ ਦੇਣਾ ਕੀਤਾ ਵੀ ਸਿੱਖ ਜਿਹੜਾ ਉਹ ਕਦੇ ਜਨੇਊ ਨਹੀਂ ਪਹਿਨੇਗਾ ਔਰ ਦੁਬਦਾ ਵਿੱਚ ਕਦੇ ਨਹੀਂ ਰਹਿਣਾਗਾ। ਹਰ ਬਿਨ ਹੋਰ ਨਾ ਪੂਜੋ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਿਕਾਰ ਖੇਡਣ ਗਏ ਹਨ ਔਰ ਉੱਥੇ ਘਟਨਾ ਘਟੀ ਜਿਸ ਕਰਕੇ ਪਾਤਸ਼ਾਹ ਜੀ ਨੇ ਸਿੱਖਾਂ ਨੂੰ ਫਿਰ ਉੱਥੇ ਜਨੇਊ ਦਾ ਬਾਰੇ ਦੱਸਣਾ ਕੀਤਾ ਕਿ ਸਿੱਖ ਜਿਹੜਾ ਮੇਰਾ ਜਨੇਊ ਨਹੀਂ ਪਹਿਨੇਗਾ ਬਲਕਿ ਪੱਕੇ ਗਾਤਰੇ ਵਿੱਚ ਤਲਵਾਰ ਪਹਿਨੇਗਾ। ਇਹ ਵਿਚਾਰ ਆਪ ਕੇ ਸਰਵਣ ਕਰਦੇ ਹਾਂ। ਉਸ ਤੋਂ ਪਹਿਲਾਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੋ ਬੁਲੰਦ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ। ਦੋਹਰਾ। ਇੱਕ ਦਿਨ ਚੜੇ ਸਤਿਗੁਰ, ਇੱਕ ਦਿਨ ਸਤਿਗੁਰ ਚੜੇ ਅਖੀਰਾ, ਭਏ ਤਰੰਗ ਅਰੂੜ ਸਵੇਰਾ। ਇੱਕ ਦਿਨ ਦੀ ਗੱਲ ਹੈ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਘੋੜੇ ਤੇ ਸਵਾਰ ਹੋਏ ਸ਼ਿਕਾਰ ਖੇਡਣ ਲਈ ਚੱਲ ਪਏ ਜੇ। ਭੱਟ ਸਿੰਘ ਦਲ ਸੰਗ ਸਹੰਤਾ, ਸਭ ਕੇ ਵਿੱਚ ਚਲੈ ਭਗਵੰਤਾ। ਔਰ ਸਤਿਗੁਰਾਂ ਦੇ ਨਾਲ ਬਹੁਤ ਸਾਰੀ ਸੰਗਤ ਵੀ ਜਾ ਰਹੀ ਹੈ ਸ਼ਿਕਾਰ ਖੇਡਣ ਦੇ ਲਈ, ਸਿੱਖ ਵੀ ਜਾ ਰਹੇ ਹਨ ਤੇ ਸਤਿਗੁਰੂ ਸਾਰਿਆਂ ਦੇ ਵਿਚਾਲੇ ਚੱਲ ਰਹੇ ਹਨ। ਸਭ ਕੈ ਸ਼ਸਤਰ ਸਜਹਿ ਸਵਰੰਗਾ, ਖੜਗ ਸਾ ਸਿਪਰ ਸਕੰਦਮ ਤਫੰਗਾ। ਔਰ ਸਾਰਿਆਂ ਨੇ ਸਰੀਰ ਤੇ ਸ਼ਸਤਰ ਧਾਰਨ ਕੀਤੇ ਹੋਏ ਹਨ, ਤਲਵਾਰਾਂ ਢਾਲਾਂ ਆਦਿ। ਬਣ ਮਹਿ ਕਰਿਓ ਖੇਰ ਕਨੇਰਾ, ਤੇਰੇ ਪ੍ਰਭੂ ਬਿਰਖ ਸਭ ਹੀਰਾ। ਔਰ ਜੰਗਲ ਦੇ ਵਿੱਚ ਬਹੁਤ ਸਾਰਾ ਸ਼ਿਕਾਰ ਖੇਡਣਾ ਕੀਤਾ ਤੇ ਫਿਰ ਇੱਕ ਦਰਖਤ ਦੇ ਹੇਠਾਂ ਸਤਿਗੁਰੂ ਪਾਤਸ਼ਾਹ ਜੀ ਆਰਾਮ ਕਰਨ ਲੱਗੇ ਜੇ। ਕਿਤਕਾ ਕਾਲ ਬੈਠੇ ਕਰ ਸੈਲਾ, 77 ਤੀਰ ਖਰੇ ਜੈ ਸੈਲਾ। ਔਰ ਸਤਿਗੁਰੂ ਪਾਤਸ਼ਾਹ ਜੀ ਕਾਫੀ ਸਮਾਂ ਫਿਰ ਇੱਕ ਦਰਖਤ ਦੇ ਹੇਠਾਂ ਆਰਾਮ ਕਰਦੇ ਹਨ ਤੇ ਸਤਲੁਜ ਦਰਿਆ ਦੇ ਕਿਨਾਰੇ ਤੇ ਸੈਰ ਕਰਨ ਲਈ ਚੱਲ ਪਏ ਜੇ। ਉਠੇ ਪ੍ਰਭੂ ਹੈ ਕੀਨਸ ਆਗੇ, ਰੇ ਰਕਾਬ ਪੜ ਚੜਵੇ ਲਾਗੇ। ਔਰ ਸਤਿਗੁਰੂ ਪਾਤਸ਼ਾਹ ਜੀ ਰਕਾਬ ਤੇ ਪੈਰ ਰੱਖ ਕਰਕੇ ਆਪਣੇ ਘੋੜੇ ਤੇ ਸਵਾਰ ਹੋ ਗਏ ਜੇ। ਸੁਬਤਾ ਕਿਰਪਾਨ ਬਣਿਆ ਮਦ ਮਿਆਨਾ, ਕਸੀ ਕਮਰ ਕੇ ਸੰਗ ਸੁਜਾਨਾ। ਔਰ ਮਿਆਨ ਦੇ ਵਿੱਚ ਪਈ ਹੋਈ ਕਿਰਪਾਨ ਸ਼ੋਭ ਰਹੀ ਹੈ, ਜੋ ਸਤਿਗੁਰਾਂ ਦੇ ਗਾਤਰੇ ਨਾਲ ਕਮਰ ਕਸੇ ਦੇ ਨਾਲ ਬੰਨੀ ਹੋਈ ਹੈ। ਚੰਚਲ ਬਾਜੀ ਬਹੁ ਬਲ ਭਰਿਆ, ਪਗਨ ਚਪਲਤਾ ਉਛਲਨ ਕਰਿਆ। ਔਰ ਸਤਿਗੁਰਾਂ ਦਾ ਘੋੜਾ ਬੜਾ ਤਾਕਤਵਰ ਹੈ, ਚੰਚਲ ਹੈ ਔਰ ਚਪਲਤਾ ਬੜੀ ਚਲਾਕੀ ਦੇ ਨਾਲ ਇਹ ਛਾਲਾ ਮਾਰਨ ਲੱਗਿਆ ਜੀ। ਇਸੇ ਬਹਿਰ ਮਿਆਨ ਤੇ ਹੇਰਾ, ਖੜਗ ਸੰਭਾਰਿਓ ਗੁਰਤ ਸਵੇਰਾ। ਔਰ ਸਤਿਗੁਰਾਂ ਦੀ ਜਿਹੜੀ ਸ੍ਰੀ ਸਾਹਿਬ ਹੈ ਕਹਿੰਦੀ ਉਹ ਮਿਆਨ ਤੋਂ ਬਾਹਰ ਆਈ ਤੇ ਸਤਿਗੁਰਾਂ ਨੇ ਮਿਆਨ ਕਿਰਪਾਨ ਸੰਭਾਲ ਕੇ ਵਾਪਸ ਕੀਤੇ ਹੈ। ਲੋਕਨ ਕੋ ਜਾਚੋ ਪ੍ਰਭ ਡੋਰਾ, ਸੁਣ ਸਭ ਸਿਖਨ ਕੀਨ ਡੰਟੋਰਾ। ਔਰ ਸਤਿਗੁਰੂ ਕਹਿਣ ਲੱਗੇ ਸਿੱਖੋ ਕੋਈ ਰੱਸੀ ਲੈ ਕੇ ਆਓ, ਡੋਰਾ ਲੈ ਕੇ ਆਓ। ਖੋਜਤ ਭਲੇ ਨਹੀਂ ਜਾ ਪਾਇਓ, ਸਿੱਖਣ ਤੇ ਕਾ ਨਾ ਕਾਜ ਸਰ ਆਇਓ। ਔਰ ਜਦੋਂ ਕੋਈ ਰੱਸੀ ਨਾ ਲੱਭੀ ਤੇ ਸਤਿਗੁਰਾਂ ਦੇ ਇਸ ਜਥੇ ਵਿੱਚ ਇੱਕ ਬ੍ਰਾਹਮਣ ਵੀ ਸੀਗਾ। ਜਿਸ ਬ੍ਰਾਹਮਣ ਦੇ ਜਨੇਊ ਪਾਇਆ ਹੁੰਦਾ ਉਹਨੂੰ ਬ੍ਰਾਹਮਣ ਆਪਣੀ ਮੱਤ ਨਾਲ, ਕਿਉਂਕਿ ਗੁਰੂ ਘਰ ਦੇ ਵਿੱਚ ਮੁਸਲਮਾਨ ਵੀ ਆਉਂਦੇ ਆ, ਬ੍ਰਾਹਮਣ ਵੀ ਆਉਂਦੇ ਆ, ਹਿੰਦੂ ਵੀ ਆਉਂਦੇ ਆ, ਸਿੱਖ ਵੀ ਆਉਂਦੇ ਆ, ਸਾਰੇ ਆਉਂਦੇ ਆ। ਜਿਹੜਾ ਗੁਰੂ ਜੀ ਨੇ ਅੰਮ੍ਰਿਤ ਛਕਾ ਕੇ ਤੇ ਮਰਜ਼ਾਦਾ ਬੰਨੀ ਹੈ ਉਹ ਖਾਲਸਾ ਜੀ ਵਾਸਤੇ ਆ, ਖਾਲਸਾ ਪੰਥ ਵਾਸਤੇ ਹੈ। ਪਰ ਇਹ ਕੋਈ ਬ੍ਰਾਹਮਣ ਵਿੱਚ ਹੈ ਔਰ ਇਸ ਬ੍ਰਾਹਮਣ ਦੇ ਕੋਲ ਜਿਹੜਾ ਹੈ ਗਾਤਰੇ ਜਨੇਊ ਪਾਇਆ ਹੋਇਆ ਸੀ, ਬ੍ਰਾਹਮਣ ਸੀਗਾ। ਜਦੋਂ ਇਸ ਨੇ ਦੇਖਿਆ ਕਿ ਸਤਿਗੁਰਾਂ ਨੂੰ ਰੱਸੀ ਦੀ ਲੋੜ ਹੈ, ਕਹਿੰਦੇ ਇਹਨੇ ਆਪਣੇ ਗਾਤਰੇ ਚੋਂ, ਆਪਣੇ ਗਲ ਚੋਂ ਇਸ ਬ੍ਰਾਹਮਣ ਨੇ ਜਿਹੜਾ ਜਨੇਊ ਪਾਇਆ ਸੀ ਉਹ ਲਾਹ ਕੇ ਤੇ ਉਸ ਨੂੰ ਵੱਟ ਕਰਕੇ ਤੇ ਉਹਦੀ ਡੋਰ ਬਣਾ ਕੇ ਕਿਰਪਾਨ ਨੂੰ ਬੰਨ੍ਹਣ ਲਈ ਦੇ ਦਿੱਤੇ ਜੇ। ਦਇਆ ਸਿੰਘ ਤਵ ਹਿਰਦੈ ਵਿਚਾਰਾ, ਆਪਣਾ ਜਗ ਪਵੀਤ ਉਤਾਰਾ। ਤਾਂ ਉਸ ਬ੍ਰਾਹਮਣ ਨੇ ਗੁਰੂ ਪਿਆਰਿਓ, ਜਿਸ ਦਾ ਨਾਮ ਇਤਿਹਾਸ ਵਿੱਚ ਪਤਾ ਨਹੀਂ ਕੀ ਹੈ, ਪਰ ਇਹ ਬ੍ਰਾਹਮਣ ਲਿਖਿਆ ਇਸ ਇਤਿਹਾਸ ਦੇ ਵਿੱਚ। ਔਰ ਜਿਹੜਾ ਹੈ ਉਸ ਬ੍ਰਾਹਮਣ ਨੇ ਆਪਣਾ ਜਨੇਊ ਲਾਹਿਆ ਤੇ ਰੱਸੀ ਵੱਟ ਕੇ ਦੇ ਦਿੱਤੇ ਜੇ। ਦੋਰਾ ਕਰ ਕਿਰਪਾਨ ਹਿਤ ਦੀਨਾ, ਸ੍ਰੀ ਕਲਗੀਧਰ ਪਾਵਨ ਕੀਨਾ। ਪਾਤਸ਼ਾਹ ਜੀ ਨੇ ਉਹ ਰੱਸੀ ਫੜ ਕੇ ਕੋਈ ਗਿੱਠ ਦੋ ਗਿੱਠਾਂ ਦੀ ਉਹਦੇ ਨਾਲ ਕਿਰਪਾਨ ਨੂੰ ਬੰਨ੍ਹ ਲਿਆ ਮਿਆਨ ਦੇ ਨਾਲ। ਕਿਸੇ ਤਰ੍ਹਾਂ ਉਹ ਉਛਲ ਕੇ ਨਿਕਲੀ ਸੀ ਤਾਂ ਸਤਿਗੁਰਾਂ ਨੇ ਉਸ ਤੋਂ ਬਾਅਦ ਕੀ ਕੀਤਾ? ਚਲੇ ਆਏ ਸਭ ਹੀ ਨਿਜ ਡੇਰੇ, ਸ੍ਰੀ ਗੁਰ ਮੰਦਰ ਚਰੇ ਉਚੇਰੇ। ਔਰ ਗੁਰੂ ਪਿਆਰਿਓ, ਸਤਿਗੁਰੂ ਪਾਤਸ਼ਾਹ ਜੀ ਫਿਰ ਵਾਪਸ ਆਪਣੇ ਅਸਥਾਨਾਂ ਤੇ ਆ ਗਏ। ਕਿਤਕ ਦੇਰ ਮੈਂ ਸਿੱਖਨ ਹੇਰਾ, ਬ੍ਰਾਹਮਣ ਘਰ ਜੰਜੂ ਨ ਗੇਰਾ। ਹੁਣ ਇਸ ਬ੍ਰਾਹਮਣ ਨੇ ਦੁਬਾਰਾ ਜਨੇਊ ਨਹੀਂ ਪਾਇਆ। ਫਿਰ ਗੁਰੂ ਸਾਹਿਬ ਦੀ ਕਿਰਪਾ ਸਦਕਾ ਕਿਤਕ ਦੇਰ ਮੈਂ ਸਿੱਖਨ ਹੇਰਾ, ਸਿੱਖਾਂ ਨੇ ਵੇਖਿਆ ਕਿ ਉਸ ਬ੍ਰਾਹਮਣ ਨੇ ਜਨੇਊ ਲਾ ਕੇ ਗੁਰੂ ਸਾਹਿਬ ਨੂੰ ਦੇ ਦਿੱਤਾ ਸੀ, ਪਰ ਇਹਨੇ ਘਰ ਆ ਕੇ ਦੁਬਾਰਾ ਜਨੇਊ ਗਲ ਵਿੱਚ
नहीं पाया जी। समुदाय ने मिल भोजन करिया, क्यों न जनेऊ तम घर तरिया। ते दूजे सिखां ने पूछया भाई तेरा धर्म जनेऊ पहनना है, तू ब्राह्मण है ते तू वो जनेऊ चल एमरजेंसी ला के सतगुरां नूं दे दिता ते दुबारे क्यों नहीं पाया। सुनता सबन का उतर दया, सतगुर सामरफना किया। ਉਹ ਬ੍ਰਾਹਮਣ ਕਹਿਣ ਲੱਗਿਆ ਮਿੱਤਰੋ ਅੱਜ ਤਾਂ ਆਪਾਂ ਨੇ ਤਾਂ ਅੱਜ ਤੋਂ ਜਨੇਊ ਲਾ ਕੇ ਗੁਰੂ ਨੂੰ ਸੌਂਪ ਦਿੱਤਾ ਹੈ, ਆਪਾਂ ਹੁਣ ਜਨੇਊ ਨਹੀਂ ਪਾਉਣਾ ਜੀ। ਅਜਰ ਅਮਰ ਅਵਾ ਸੋ ਹੋਏ ਗਿਆ, ਜਿਸਤੇ ਕਾਜ ਗੁਰਨ ਕੋ ਭਇਆ। ਔਰ ਮੈਂ ਤਾਂ ਉਹ ਜਨੇਊ ਅਮਰ ਕਰ ਦਿੱਤਾ, ਭਾਵ ਗੁਰੂ ਨੂੰ ਦੇ ਦਿੱਤਾ, ਗੁਰੂ ਦਾ ਕੰਮ ਸਰ ਗਿਆ ਤੇ ਆਪਾਂ ਹੁਣ ਜਨੇਊ ਜਿਹੜਾ ਗਲ ਵਿੱਚ ਨਹੀਂ ਪਾਉਣਾ ਜੀ। ਸਿੱਖਣ ਸਮਝਾਵਨ ਕਰਿਆ, ਭਲਾ ਭਇਆ ਕਰ ਕਾਰਜ ਸਰਿਆ। ਉਸ ਬ੍ਰਾਹਮਣ ਨੂੰ ਸਿੱਖ ਸੰਗਤਾਂ ਕਹਿਣ ਲੱਗੀਆਂ ਚੱਲ ਚੰਗਾ ਹੋਇਆ, ਸਮੇਂ ਤੇ ਤੇਰੇ ਕੋਲੇ ਰੱਸੀ ਸੀ, ਕੰਮ ਆ ਗਈ, ਪਰ ਹੁਣ ਤੈਨੂੰ ਆਪਣਾ ਜਨੇਊ ਪਾ ਲੈਣਾ ਚਾਹੀਦਾ। ਅਪਰ ਜਨੇਊ ਲੈ ਕਰ ਧਾਰੋ, ਧਰਮ ਆਪਣਾ ਹਿਤ ਕਰ ਪਾਰੋ। ਤੂੰ ਆਪਣੇ ਧਰਮ ਨੂੰ ਕਾਇਮ ਰੱਖ। ਤਾਂ ਬ੍ਰਾਹਮਣ ਕਹਿੰਦੇ ਉਸ ਵੇਲੇ ਫਿਰ ਉਸ ਬ੍ਰਾਹਮਣ ਨੇ ਇਹ ਗੱਲ ਸੁਣ ਕੇ ਕੀ ਕਿਹਾ, ਕਹੈ ਬਹੁਰੇ ਨਹੀਂ ਤਿਨ ਮਾਨਿਓ, ਜਾਇ ਸਿੱਖ ਗੁਰ ਸਾਥ ਬਖਾਨਿਓ। ਔਰ ਸਿੱਖਾਂ ਨੇ ਬਹੁਤ ਸਮਝਾਇਆ ਵੀ ਕੋਈ ਗੱਲ ਨਹੀਂ, ਚੱਲ ਤੂੰ ਸਾਡੇ ਨਾਲ ਰਹਿਣਾ, ਸੰਗੀ ਸਾਥੀ ਹੈ, ਤੇਰਾ ਆਪਣਾ ਧਰਮ ਹੈ, ਸਾਡਾ ਆਪਣਾ ਧਰਮ ਹੈ, ਅਸੀਂ ਤਾਂ ਜਨੇਊ ਪਾਉਣਾ ਨਹੀਂ, ਸਾਨੂੰ ਤਾਂ ਪਾਤਸ਼ਾਹ ਨੇ 5 ਕਕਾਰੀ ਕਰ ਦਿੱਤਾ ਹੈ, ਪਰ ਤੂੰ ਜਿਹੜਾ ਹੈ ਇੱਕ ਬ੍ਰਾਹਮਣ ਹੈ, ਜਨੇਊ ਪਾ ਲੈ। ਤਾਂ ਉਹ ਕਹਿਣ ਲੱਗਿਆ ਮੈਂ ਨਹੀਂ ਪਾਉਣਾਗਾ। ਤਾਂ ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਦੱਸ ਦਿੱਤਾ, ਸ਼੍ਰੀ ਪ੍ਰਭ ਬ੍ਰਾਹਮਣ ਮਹਿਮਾਨੈ, ਨਯੋ ਆਪਣਾ ਮਤ ਕੋ ਠਾਨੈ। ਮਹਾਰਾਜ ਜੀ ਉਹ ਜਿਸ ਬ੍ਰਾਹਮਣ ਨੇ ਤੁਹਾਨੂੰ ਜਨੇਊ ਵਾਲਾ ਧਾਗਾ ਦਿੱਤਾ ਸੀ ਰੱਸੀ ਵੱਟ ਕੇ, ਉਹ ਕਹਿੰਦਾ ਮੈਂ ਜਨੇਊ ਪਾਉਂਦਾ ਹੀ ਨਹੀਂ ਹੁਣ। ਹਿਤ ਡੋਰੇ ਤੁਮਕੋ ਤਬ ਦੀਨੋ, ਅਬ ਕਹਿ ਮੈਂ ਕਰ ਅਰਪਣ ਕੀਨੋ। ਹੁਣ ਕਹਿੰਦਾ ਆਪਾਂ ਤਾਂ ਜਨੇਊ ਤਿਆਗਤਾ, ਗੁਰੂ ਨੂੰ ਦੇਤਾ, ਹੁਣ ਗੁਰੂ ਹੀ ਸੰਭਾਲੇਗਾ। ਜਗ ਪਵਿੱਤਾ ਨਾ ਬਾਬਤ ਗਰਮੈ, ਕਹਿਓ ਨਾ ਮਾਨੈ ਕਿਆ ਤਿਸ ਅਰਮੈ। ਔਰ ਅਸੀਂ ਬੜਾ ਸਮਝਾਇਆ ਵੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਤੂੰ ਆਪਣਾ ਧਰਮ ਪੂਰਾ ਕਰ ਭਾਈ, ਆਪਦਾ ਜਨੇਊ ਪਾ ਲੈ। ਕਹਿੰਦਾ ਮੈਂ ਤਾਂ ਪਾਉਣਾ ਹੀ ਨਹੀਂ ਹੁਣ। ਸਿੱਖਿਆ ਨ ਸੰਗ ਕਹਿਓ ਕਰ ਪੂਰੇ, ਪਹਿਰਾਵਾ ਤਿਸ ਜਾਏ ਜ਼ਰੂਰੇ। ਸਿੱਖਾਂ ਨੂੰ ਪਾਤਸ਼ਾਹ ਕਹਿੰਦੇ ਜਾਓ ਸਮਝਾਓ ਉਸ ਨੂੰ ਵੀ ਤੂੰ ਆਪਣੇ ਧਰਮ ਨੂੰ ਕਿਉਂ ਖਰਾਬ ਕਰਦਾ ਹੈ, ਐਮਰਜੈਂਸੀ ਸੀਗੀ, ਤੂੰ ਆਪਣਾ ਜਨੇਊ ਲਾ ਕੇ ਦੇ ਦਿੱਤਾ, ਚਲ ਵਰਤ ਲਿਆ, ਧਾਗਾ ਬਣਾ ਕੇ ਵੱਟ ਕੇ ਰੱਸੀ ਉਹਦੀ ਪਾ ਲਈ, ਪਰ ਹੁਣ ਤੂੰ ਪਾ ਲੈ ਹੋਰ ਲੈ ਕੇ। ਜਿਉਂ ਕਿਉਂ ਕਰ ਨੀਕੇ ਸਮਝਾਓ, ਆਪਣੇ ਤਿਸ ਤੇ ਪੈਦ ਖਰਾਵੋ। ਕਿਉਂਕਿ ਗੁਰੂ ਸਾਹਿਬ ਕਿਸੇ ਨੂੰ ਧੱਕੇ ਨਾਲ ਆਪਣਾ ਸਿੰਘ ਜਾਂ ਸਿੱਖ ਨਹੀਂ ਬਣਾਉਂਦੇ। ਕੋਈ ਸਤਨਾਮ ਗੁਰੂ ਸਾਹਿਬ ਦਾ ਇੱਕ ਇਹ ਕਾਨੂੰਨ ਹੈ ਕਿ ਜਿਸ ਨੂੰ ਚੰਗਾ ਲੱਗਿਆ ਗੁਰੂ ਨਾਨਕ ਦਾ ਪੰਥ, ਉਹ ਆਪਦੀ ਮਰਜ਼ੀ ਦੇ ਨਾਲ ਆ ਕੇ ਭਾਵੇਂ ਬਣ ਜਾਵੇ, ਭਾਵੇਂ ਆਪਣਾ ਧਰਮ ਤੇ ਆ ਕੇ ਇੱਧਰ ਆ ਜਾਵੇ। ਜਿਵੇਂ ਜਦ ਅੰਮ੍ਰਿਤ ਛਕਾਇਆ ਗਿਆ ਉਸ ਵੇਲੇ ਔਰੰਗਜ਼ੇਬ ਦਾ ਇੱਕ ਜਸੂਸ ਗੁਰੂ ਪਿਆਰਿਓ ਅਬੁਲ ਤੁਰਾਨੀ ਮੁਸਲਮਾਨ ਸੀਗਾ, ਪਰ ਜੋ ਉਸਨੇ ਉਹ ਘਟਨਾ ਦੇਖੀ ਕਿ ਕਿਸ ਤਰ੍ਹਾਂ ਪਾਤਸ਼ਾਹ ਜੀ ਨੇ ਸ੍ਰੀ ਸਾਹਿਬ ਦੇ ਨਾਲ 5 ਸਿੰਘਾਂ ਨੂੰ ਪਹਿਲਾਂ ਉਹਨਾਂ ਦੇ ਸੀਸ ਕੱਟੇ, ਫਿਰ ਅੰਮ੍ਰਿਤ ਤਿਆਰ ਕੀਤਾ ਬਾਟੇ ਵਿੱਚ, ਫਿਰ ਕੱਟੇ ਹੋਏ ਸੀਸ ਧੜਾਂ ਦੇ ਕੋਲ ਧਰ ਕੇ ਜਦ ਉਹਨਾਂ ਦੇ ਮੁਖ ਵਿੱਚ ਜਲ ਪਾਇਆ ਤੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤਾਂ ਉਸੇ ਵੇਲੇ ਉਹ ਸੁਰਜੀਤ ਹੋ ਗਏ, ਜਿਉਂਦੇ ਹੋ ਗਏ। ਉਹ ਅਬੁਲ ਤੁਰਾਨੀ ਨਾਮ ਦਾ ਜਸੂਸ ਔਰੰਗਜ਼ੇਬ ਦਾ ਆਖਰੀ ਜਸੂਸੀ ਕਰਕੇ ਲਿਖਦਾ ਤੇ ਅਖੀਰ ਤੇ ਲਿਖਦਾ ਇਹ ਮੇਰੀ ਆਖਰੀ ਜਸੂਸੀ ਆ, ਅੱਜ ਆਹ ਕੁਝ ਹੋਇਆ। ਬਿਨਾਂ ਕੁੰਡਿਆਂ ਦੇ ਕੜਾਹੀ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੇ 5 ਸਿੱਖਾਂ ਦੇ ਸੀਸ ਕੱਟ ਕੇ ਉਸ ਕੜਾਹੀ ਵਿੱਚ ਕਾਫੀ ਸਮਾਂ ਖੰਡਾ ਚਲਾਉਂਦੇ ਹੋਏ ਉਹਦੇ ਉੱਪਰ ਪਤਾ ਨਹੀਂ ਕੀ ਕੀਤਾ ਕਿ ਉਹ ਉਹਨਾਂ ਨੇ ਆਬੇ ਹਜਾਤ ਬਣਾ ਦਿੱਤਾ, ਅੰਮ੍ਰਿਤ ਬਣਾ ਦਿੱਤਾ ਤੇ ਉਹਨਾਂ ਮੁਰਦਾ ਸਰੀਰਾਂ ਨੂੰ ਦੁਬਾਰਾ ਸੁਰਜੀਤ ਕਰ ਦਿੱਤਾ ਉਹ ਅੰਮ੍ਰਿਤ ਪਿਆ ਕੇ। ਤੇ ਅੱਜ ਤੋਂ ਮੈਂ ਵੀ ਉਹਨਾਂ ਦਾ ਸਿੰਘ ਬਣ ਗਿਆ, ਮੇਰਾ ਨਾਮ ਵੀ ਉਹਨਾਂ ਨੇ ਅਜਮੇਰ ਸਿੰਘ ਰੱਖ ਦਿੱਤਾ ਤੇ ਮੈਂ ਹੁਣ ਤੇਰਾ ਜਸੂਸ ਨਹੀਂ ਰਿਹਾ। ਕੋਈ ਆਪਦੀ ਮਰਜ਼ੀ ਨਾਲ ਆ ਕੇ ਗੁਰੂ ਘਰ ਵਿੱਚ ਰਲ ਜਾਵੇ, ਸਿੰਘ ਸਜ ਜਾਵੇ, ਗੁਰੂ ਕੀ ਸਿੱਖੀ ਧਾਰਨ ਕਰ ਲਵੇ, ਜੀ ਆਇਆਂ ਨੂੰ ਚਾਰੇ ਗੇਟ ਖੁੱਲ੍ਹੇ ਐ। ਪਰ ਔਰੰਗਜ਼ੇਬ ਵਾਂਗੂ ਸਤਿਗੁਰਾਂ ਨੇ ਧੱਕੇ ਨਾਲ ਕਿਸੇ ਨੂੰ ਵੀ ਆਪਣਾ ਸਿੱਖ ਜਾਂ ਸਿੰਘ ਬਣਨ ਦੀ ਪ੍ਰੇਰਨਾ ਨਹੀਂ ਕੀਤੀ। ਇਸ ਕਰਕੇ ਪਾਤਸ਼ਾਹ ਕਹਿੰਦੇ ਕੋਈ ਨਹੀਂ, ਸਮਝਾਓ ਉਸ ਨੂੰ ਬਈ ਤੂੰ ਆਪਣਾ ਧਰਮ ਨਾ ਛੱਡ ਭਾਈ, ਤੂੰ ਆਪਣੇ ਧਰਮ ਵਿੱਚ ਰਹਿ ਤੇ ਜਨੇਊ ਪਾ ਲਓ ਜੀ। ਸਿੱਖ
ਸਿੱਖ ਜਾਏ ਪੁਨ ਬਹੁ ਸਮਝਾਇਓ ਕੈਸੇ ਕਰ ਆਪਨ ਮਨ ਪਾਇਓ। ਸਿੱਖਾਂ ਨੇ ਜਵਾਰਾ ਫਿਰ ਉਸ ਬ੍ਰਾਹਮਣ ਨੂੰ ਸਮਝਾਉਣਾ ਕੀਤਾ ਜਿਹੜਾ ਗੁਰੂ ਕੇ ਜਥੇ ਵਿੱਚ ਵਿਚਰਦਾ ਸੀ। ਉਹਨੂੰ ਬੜਾ ਸਮਝਾਇਆ ਬਈ ਤੂੰ ਕਿਉਂ ਆਪਣੇ ਧਰਮ ਨੂੰ ਛੱਡਦਾ ਹੈ। ਹਮ ਸਭ ਕਾ ਮਾਨ ਵਚ ਲੀਜੈ ਜਗ ਪਵਿੱਤ ਪਾਵਨ ਕੀਜੈ। ਤਾਂ ਤੂੰ ਜਿਹੜਾ ਹੈ ਸਾਡੇ ਕਹੇ ਜਿਹੜਾ ਹੈ ਜਨੇਊ ਪਾ ਲੈ। ਬ੍ਰਾਹਮਣ ਮਾਨੈ ਨਾ ਬਖਾਨੈ ਸੁਨਾ ਸਿਖ ਤਮ ਸਭ ਗੁਰ ਗਿਆਨਾ। ਬ੍ਰਾਹਮਣ ਕਹਿੰਦਾ ਯਾਰ ਤੁਸੀਂ ਸਾਰੇ ਸਿਆਣੇ ਹੋ, ਗੁਰੂ ਦੇ ਸਿੱਖ ਹੋ, ਤੁਹਾਨੂੰ ਗਿਆਨ ਹੈ। ਮਨ ਤਨ ਤੇ ਮੈਂ ਅਰਪਣ ਠਾਨਾ ਸਿਰ ਗੁਰ ਕਲੰਗੀ ਧਰ ਬਿਦਮਾਨਾ। ਔਰ ਮੈਂ ਤਾਂ ਮਨ ਕਰਕੇ ਤਨ ਕਰਕੇ ਆਪਣੇ ਆਪ ਨੂੰ ਗੁਰੂ ਨੂੰ ਸਮਰਪਣ ਕਰ ਦਿੱਤਾ। ਅੱਜ ਤੋਂ ਮੈਂ ਆਪਣਾ ਧਰਮ ਵੀ ਤਿਆਗ ਦਿੱਤਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਉਹਨੂੰ ਭਾਵਨਾ ਉਹਦੀ ਬਣ ਗਈ ਗੁਰੂ ਸਾਹਿਬ ਦੇ ਨਾਲ, ਗੁਰੂ ਕਾ ਸਿੰਘ ਸਜਣ ਦੀ ਜਾਂ ਸਿੱਖ ਬਣਨ ਦੀ। ਗੁਰੂ ਕਾ ਸਿੱਖ ਤੇ ਸਿੰਘ 'ਚ ਫਰਕ ਹੈ। ਸਿੱਖ ਤਾਂ ਤੁਸੀਂ ਸਾਰੇ ਗੁਰੂ ਕੀ ਸਿੱਖਿਆ ਲੈ ਕੇ ਤੇ ਚੱਲ ਸਕਦੇ ਹੋ, ਸਿੰਘ ਤਾਂ ਫਿਰ ਪੱਕੀਆਂ ਮੋਹਰਾਂ ਲੱਗ ਜਾਣੀਆਂ, ਸ਼ਸਤਰ ਧਾਰੀ ਕਰਨਾ ਹੈ। ਔਰ ਗੁਰੂ ਪਿਆਰਿਓ ਤੁਹਾਨੂੰ ਫਿਰ ਹਰ ਤਾਂ ਤੋਂ ਜਿਹੜੀ ਮਰਜ਼ਾਦਾ ਗੁਰੂ ਕੀ ਉਹ ਪੂਰੀ ਕਰਨੀ ਪੈਣੀ ਆ। ਕੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਸਭ ਨੂੰ ਪਿਆਰ ਕਰਦੇ ਹੈ। ਮਾਨਸ ਕੀ ਜਾਤ ਸਭ ਹੈ ਏਕੇ ਪਹਿਚਾਨ ਵੋ ਕਰਤਾ ਕਰੀਮ ਸੋਈ ਰਾਜ ਕਰ ਹੀਮ ਹੋਈ ਦੂਸਰੋ ਨਾ ਭੇਦ ਕੋਈ ਭੂਲ ਪਰ ਮਾਨਵੋ। ਕਹਿਣ ਲੱਗੇ ਇਸ ਤਰ੍ਹਾਂ ਗੁਰੂ ਸਾਹਿਬ ਸਭ ਨੂੰ ਪਿਆਰ ਕਰਦੇ ਹੈ। ਅੱਜ ਉਹ ਬ੍ਰਾਹਮਣ ਜਿਹੜਾ ਹੈ ਗੁਰੂ ਪਿਆਰਿਓ ਕਹਿੰਦਾ ਬਈ ਮੈਂ ਮਨ ਤੇ ਤਨ ਕਰਕੇ ਗੁਰੂ ਨੂੰ ਸਮਰਪਣ ਕਰ ਦਿੱਤਾ ਹੈ, ਮੈਂ ਹੁਣ ਜਨੇਊ ਨਹੀਂ ਪਾਉਣਾ। ਜੇ ਲਾਤਾ ਤਾਂ ਲਾਤਾ। ਮਨ ਤਨ ਤੇ ਮੈਂ ਅਰਪਣ ਠਾਨਾ ਸ੍ਰੀ ਗੁਰ ਕਲੰਗੀ ਧਰ ਬਿਦਮਾਨਾ। ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਲਿਆ ਹੈ ਜੀ। ਸਿੱਖਨ ਗੁਰ ਸੋਪਨ ਕਹਿਓ ਮਾਨੈ ਨਹਿ ਨਾ ਕਰਹਿ ਨਿਜ ਕਹਿਓ। ਸਿੱਖ ਆ ਕੇ ਫਿਰ ਕਹਿੰਦੇ ਪਾਤਸ਼ਾਹ ਉਹ ਤਾਂ ਆਪਦੀ ਮਨਮਤ ਕਰਦਾ, ਮਨ ਮਰਜ਼ੀ ਕਰਦਾ। ਸਾਨੂੰ ਕਹਿੰਦਾ ਵੀ ਮੈਂ ਤਾਂ ਸਮਰਪਣ ਕਰਤਾ ਗੁਰੂ ਸਾਹਿਬ ਨੂੰ, ਮੈਂ ਹੁਣ ਜਨੇਊ ਨਹੀਂ ਪਾਉਣਾ। ਸੁਣ ਕਰ ਕਲੰਗੀ ਧਰਮ ਸਕਾਨੇ ਤਨ ਸਿੱਖਨ ਸੋ ਬਾਕ ਬਖਾਨੇ। ਤਾਂ ਗੁਰੂ ਪਿਆਰਿਓ ਕਲਗੀਧਰ ਪਾਤਸ਼ਾਹ ਜੀ ਉਹਨਾਂ ਸਿੱਖਾਂ ਦੇ ਕੋਲੋਂ ਇਹ ਸੁਣ ਕਰਕੇ ਵੀ ਉਹ ਸਿੱਖ ਤਾਂ ਕਹਿੰਦਾ ਮੈਂ ਤਾਂ ਗੁਰੂ ਨੂੰ ਸਮਰਪਣ ਹੋ ਗਿਆ ਹਾਂ, ਹੁਣ ਮੈਂ ਇਹ ਜਨੇਊ ਜਿਹੜਾ ਹੈ ਨਹੀਂ ਪਾਉਣਾ ਜੀ। ਮੋਹੇ ਨੇਟਾ ਆਨਾ ਅਵ ਜਾਏ ਬਾਮਨ ਕੋ ਜੇ ਕੋ ਸਮਝਾਏ। ਸਤਿਗੁਰੂ ਪਾਤਸ਼ਾਹ ਕਹਿੰਦੇ ਜਾਓ ਉਸ ਬ੍ਰਾਹਮਣ ਨੂੰ ਮੇਰੇ ਕੋਲ ਬੁਲਾ ਕੇ ਲਿਆਓ, ਮੈਂ ਸਮਝਾਉਂਦਾ ਹਾਂ। ਕਿਉਂ ਨਾ ਕਹਿ ਪਹਿਰਤਾ ਤਿਸ ਤੇ ਸੁਨੈ ਕੌਣ ਗਿਆਨ ਕਾ ਮਨ ਮਹਿ ਗੁਣੈ। ਉਹਨੂੰ ਕਿਹੜਾ ਗਿਆਨ ਹੋ ਗਿਆ ਐਡੀ ਜਲਦੀ? ਉਹਨੂੰ ਪੁੱਛੀਏ ਬਈ ਤੂੰ ਜਨੇਊ ਕੌਣ ਨੇ ਕਿਉਂ ਨਹੀਂ ਪਾਉਂਦਾ। ਸੋ ਤਤ ਸਿਮ ਜਾਏ ਵਿਚਾਰਿਓ ਉਠ ਕਰ ਗਮਨ ਗੁਰੂ ਹਕਾਰਿਓ। ਸਿੱਖਾਂ ਨੇ ਜਾ ਕੇ ਫਿਰ ਬੇਨਤੀ ਕੀਤੀ, ਚੰਗਾ ਭਾਈ ਪੰਡਤਾ ਚੱਲ ਤੈਨੂੰ ਗੁਰੂ ਸਾਹਿਬ ਬੁਲਾਉਂਦੇ ਹਨ। ਮੁਖਾ ਕਰਹਿ ਭਲੇ ਫਰਮਾਵਨਾ ਤਵੈ ਜਨੇਊ ਪਾਵਨ ਪਾਵਨਾ। ਔਰ ਉਹ ਜਾ ਕੇ ਫਿਰ ਜਾ ਕੇ ਬੇਨਤੀ ਕਰਦੇ ਆ ਚਲੋ ਤੁਹਾਨੂੰ ਗੁਰੂ ਸਾਹਿਬ ਨੇ ਬੁਲਾਇਆ ਹੈ, ਸਾਡੇ ਨਾਲ ਚਲੋ। ਉੱਠ ਕੇ ਚਲਿਆ ਗਿਆ ਗੁਰੂ ਸਾਹਿਬ ਦੇ ਕੋਲ। ਗੁਰੂ ਸਾਹਿਬ ਕਹਿੰਦੇ ਪੰਡਿਤ ਜੀ ਤੁਸੀਂ ਆਪਣਾ ਜਨੇਊ ਕਿਉਂ ਲਾ ਦਿੱਤਾ, ਹੁਣ ਨਵਾਂ ਕਿਉਂ ਨਹੀਂ ਪਾਉਂਦੇ। ਸੁਨਤ ਬ੍ਰਾਹਮਣ ਉਠ ਪਾਖਰਾ ਜਾਏ ਪਾਏ ਪੰਕਜ ਮੈਂ ਪਰ। ਉਹ ਬ੍ਰਾਹਮਣ ਉੱਠ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਲੰਬਾ ਪੈ ਗਿਆ ਹੈ। ਸਤਿਗੁਰ ਗਿਆਨੀ ਮੁਖ ਬਖਾਨੀ ਸਿੱਖਿਆਨ ਬਾਣੀ ਕਹਿਓ ਨਹਿ ਮਾਨੀ। ਪਾਤਸ਼ਾਹ ਫਿਰ ਕਹਿੰਦੇ ਤੂੰ ਸਿੱਖਾਂ ਦੀ ਗੱਲ ਕਿਉਂ ਨਹੀਂ ਮੰਨੀ, ਤੂੰ ਦੁਬਾਰਾ ਜਨੇਊ ਕਿਉਂ ਨਹੀਂ ਪਾਇਆ ਜੀ। ਐਸੀ ਵਿਦ ਤੇਰੇ ਰਹਿਆ ਸਦਾ ਜਿਉ ਧਾਰ ਅਗੇਰੇ। ਤੂੰ ਪਹਿਲਾਂ ਦੀ ਤਰ੍ਹਾਂ ਜਿਵੇਂ ਆਪਣੇ ਧਰਮ 'ਚ ਵਿਚਰਦਾ ਉਵੇਂ ਰਹਿ ਭਾਈ, ਅਸੀਂ ਤੇਰੇ ਨਾਲ ਕੋਈ ਧੱਕਾ ਨਹੀਂ ਕਰਦੇ ਤੈਨੂੰ ਸਿੱਖ ਬਣਾਉਣ ਲਈ, ਸਿੰਘ ਸਜਾਉਣ ਲਈ। ਤੂੰ ਆਪਣੇ ਧਰਮ ਦੇ ਵਿੱਚ ਰਹਿ। ਬਾਮਨ ਕਰ ਜੋਰ ਉਚਾਰਾ ਸ੍ਰੀ ਸਤਿਗੁਰ ਕੀ ਬਾਤ ਤੁਮਾਰਾ। ਤੋ ਉਹ ਬ੍ਰਾਹਮਣ ਦੇਖੋ ਉਸ ਨੂੰ ਗਿਆਨ ਹੋ ਗਿਆ ਹੈ, ਬਾਣੀ ਸੁਣਦਾ ਹੀ ਸੀ, ਰੋਜ਼ ਗੁਰੂ ਕੀ ਸੰਗਤ ਵਿੱਚ ਰਹਿੰਦਾ ਸੀ, ਆਸਾ ਦੀ ਵਾਰ ਵੀ ਲੱਗਦੀ ਸੀ। ਉਹ ਕਹਿਣ ਲੱਗਿਆ ਮਹਾਰਾਜ ਤੁਸੀਂ ਆਸਾ ਦੇ ਵਾਰ ਵਿੱਚ ਕੀ ਕਿਹਾ ਹੈ। ਆਸਾ ਵਾਰ ਮਜ਼ਾਰ ਸੁਨਾਵਨਾ ਜਗਿਆ ਪਵਿੱਤ ਕਰੇ ਜਿਮ ਪਾਵਨ। ਮੈਂ ਤਾਂ ਤੁਹਾਡਾ ਉਹ ਜਨੇਊ ਪਾ ਲਿਆ ਮਹਾਰਾਜ ਜਿਹੜਾ ਜਨੇਊ ਬਾਬੇ ਨਾਨਕ ਨੇ ਹਰਦਿਆਲ ਪੰਡਤ ਤੋਂ ਮੰਗਿਆ ਸੀਗਾ। ਜਦ ਹਰਦਿਆਲ ਪੰਡਤ ਜਨੇਊ ਪਾਉਣ ਲੱਗਿਆ ਸੀ ਮੇਰੇ ਪ੍ਰੀਤਮ ਜੀ ਨੂੰ, ਬਾਬਾ ਨਾਨਕ ਜੀ ਕਹਿੰਦੇ ਇਹ ਨਹੀਂ ਪਾਉਣਾ। ਕਹਿੰਦੇ ਹੋਰ ਕਿਹੜਾ ਪਾਉਣਾ ਹੈ? ਕਹਿੰਦੀ ਅਸੀਂ ਜਨੇਊ ਪਾਉਣਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਇਹ ਜਨੇਊ ਜੀ ਕਾ ਹਈ ਤਾਂ ਪਾਂਡੇ ਘੱਟ, ਜੇ ਤੇਰੇ ਕੋਲ ਇਹ ਜਨੇਊ ਹੈਗਾ ਤਾਂ ਸਾਨੂੰ ਦੇ ਦੇ, ਵਰਨਾ ਇਹ ਨਹੀਂ ਪਾਉਂਦਾ।
इस ब्राह्मण नूं भी मानो ज्ञान हो गया है। गुरु की संगत विच रहंदियां इहनूं रंग लग गया है, और रंग लगन तो बाद अज इसने सदा सदा लई जनेऊ त्याग दिता है। और पातशाह जी नूं कहना जी तुसीं आसा दी वार विच जिहड़ा जनेऊ कहा है मैनू समझ आ गई, मैं तो ओहो पा लिया हुण। मैं लग कर अर्पण करया रावण करना तेसो धरियो। और आप जी की कृपा सदका हुण तां मेरे अंदर तुहाडे ज्ञान की कृपा हो गई है, इस करके ये सोच के मैं वो जनेऊ का धागा हुण ला दिता है। श्लोक महला पहला दया कपा संतोख सूत साता गंडी सत वाटा एहो जनेऊ जी का अही ता भांडे काता। जेड़ी बाबे नानक ने ब्राह्मण हरदयाल नूं कहा सीगा दया कपा संतोख सूत जत गंडी सत वट ए जनेऊ जी का हई ता पांडे घत। ना एहो टुटै ना मन लगै ना एहो जलै न जाए धन समान स्नान का जो गल चले पाए। ते महाराज मैं तुहाडा ये जनेऊ पा लिया जिहड़ा पहले जामे च दिता ना तुसी, मैं धागे वाला जनेऊ त्याग दिता, हुण नहीं मैं पाउणा और तुहाडे ज्ञान दा जनेऊ ही पाउणा है महाराज, जिहड़ा कदे टुटदा नहीं पुराना नहीं हुंदा। इस ब्राह्मण नूं गुरु की संगत करदियां करदियां पूरा ज्ञान हो गया है जी। जग पवित सुखदा सच महा। ते उस वेले वो ब्राह्मण कह लगिया महाराज मैं तां इसनूं त्याग दिता सदा लई, ते सुख देण वाला जनेऊ दया कपा संतोख सूत भाव आप जी दे ज्ञान दा जिहड़ा है जनेऊ वो पा लिया। सियाणे कहंदे है ना सुख विच गृहस्थ दे ना सुख छड्ड गया। गृहस्थी कहना दुखी आ या निकाह नूं विआह कराउणा सी एवें जवाक जमे ते हुण किवें पालीए पाले नहीं जांदे। और जिहड़े साध जोगी जंगलों में चले गए वो कहते यार गृहस्थी सौखे आपां एवें जंगलों च आ गए विआह कराउंदे आपदे घरे रहिंदे। दोने ही दुखी है, दोने एक दूजे की थाली पिया लड्डू वड्डा समझते हैं। पर सियाणे बंदे जे तू गृहस्थी बनिया ते धर्म कर, जे तू गृहस्थी बनिया ते धर्म दे कारज कर। गृहस्थी का काम है दर ते आए मंगते नूं प्रशादा छकाउणा। जो ग्रह करे तो धर्म कर नहीं तो कर बैराग। बैरागी बंधन करे ताको वड्डो भाग। पर जे तू गृहस्थी जीवन छड़ के जंगल चला गया साध बन गया, तो जे तू साध बन के बैरागी बन के फिर गृहस्थियां दे घरां च निगाह मारे ना, फिर मन डोले, फिर तू चाहे मैं विआह करा ला या फिर मैं वो रसा कसा नूं भोगां, तो फिर तेरे बहुत माड़े भाग होणगे। पहले फैसला कर ला गृहस्थी बनना कि साध बनना। एक बच्चा विआह ना करावे, घर दे बड़े दुखी उसका विआह कराउण तो भी वो विआह नहीं कराउंदा, ते वो 10वें पातशाह जी दे कोल लैके आ गए बच्चे नूं। महाराज बच्चे नूं समझाओ, इनू बड़ा समझाउने आ विआह करा ला, कहना मैं विआह नहीं कराउणा। गुरु साहब कहने भी की गल, कहना महाराज की रखे विआह दे विच। पातशाह कहने सोच ला, ठीक है जे ते इस गल नूं निभा सकदा जिंदगी भर, विआह ना करा के भजन बंदगी करके निभा सकदा ते निभा लई। तैनूं गृहस्थी जीवन दे विच आके भी रब नूं पाया जा सकदा है। जे तू विआह कराउणा चाहुंदा ते करवा भी सकदा है, इत्थे कोई बंदिश नहीं है। गुरु नानक दे घर विच गृहस्थी जीवन सब तो उच्चा मन्निया गया है। 4 आश्रम हन, गृहस्थ आश्रम, सन्यासी आश्रम, उदासी आश्रम आदि। इन्हां दे विचों सब तो उच्चा जिहड़ा है वो गृहस्थ आश्रम है, क्योंकि इत्थों ही सारे पैदा हुंदे आ। को सतनाम भंड जम्मिया भंड निमिया, भंड मंगण विआहो, भंडो होवे दोस्ती भंडो चलै राहो। भंड मोआ भंड भालीए, भंड होवे बंधान, सो क्यों मंदा आखिया जित जमै राजान। भंडो ही भांडी उपजै भंडै बाज न कोय, नानक भंडै बाहर एको सच्चा सोए। केवल परमेश्वर स्त्री तो बाहर है, नहीं तो सारी दुनिया ही स्त्री तो पैदा हुई है। चाहे इत्थे अवतार आए, चाहे राजे आए, चाहे गरीब आए, चाहे अमीर आए। तो इस करके पातशाह जी नूं कहन लगे है पंडित महाराज मैं त्याग दिता है जनेऊ, ते तुहाडा दिता होया जनेऊ पहन लिया है जी। और ब्राह्मण कहना मैं किसी दे कहे कहाए नहीं लाहियागा, मैं मनमत करके नहीं लाहिया। मैनू तुहाडी संगत विच रहिंदियां रहिंदियां तसल्ली हो गई, खोज लिया भाव जान लिया मैं कि इच कोई फायदा नहीं है।
मैं तुहाडे धर्म नूं, इस धर्म नूं, सिख धर्म नूं ग्रहण करना चाहुंदा हां। इस करके महाराज मैं सब कुछ समझ के ही ये जनेऊ नूं त्यागिया है। और अज तो बाद जिहड़ा है मैं आप जी दी आग्या विच चलांगा, जिवें तुसीं कहोगे मैं उवें करांगा। ब्राह्मण को सुनियो सो आछै, प्रेम परखा कर गुरु प्रकाशै। तां गुरु प्यारिओ, फिर जदों उस ब्राह्मण दा ये आशा सुनिया कि ठीक है, तसल्ली है इस नूं, ताइयों त्यागिया इसने अपना धर्म, ताइयों गुरसिੱਖੀ विच आउणा चाहुंदा है। ते मेरे प्रीतम जी ने फिर उस ब्राह्मण ते एक बख्शिश कीती है। मेरा सिख देता ब्रह्म ज्ञानी, सो बानी सतगुर की मानी। ओ भाई तू तो ब्रह्म ज्ञानी सिख हो गया मेरा। उस ब्राह्मण नूं कहण लगे ये तो मेरा ब्रह्म ज्ञानी सिख हो गया भाई, जिन्हें गुरु की गल नूं समझ लिया है। जिसनों गुरु की सिੱਖੀ चंगी लगी है, जिहदा मन गुरु की सिੱਖੀ विच भिज गया है। ते तुसीं भी सुन लो सिखो, जेड़े मेरे सिख हन, हुण इत्थे उचारण किया जा रहा सिखां वास्ते, ਸਿੰਘਾਂ वास्ते तो पक्की मर्यादा बना ही दिती है ना। जिहड़े अपने आप नूं गुरु नानक दे सिख भी कहाउंदे आ, वो भी सुन लो, जेड़ा मेरा सिख है वो रहनी कहनी बहनी सहनी दा पूरा होवे। ते जेड़ा मेरा सिख होके जनेऊ पावेगा, ब्राह्मण पावे हिंदू पावे, वो मेरा सिख नहीं हैगा, तो जो मर्जी करे आपदे धर्म मुताबक, पर नाले मेरा सिख बने ते नाले दूसरे धर्मां दे चिन्ह शरीर ते पहने जनेऊ आदि, वो मेरा सिख नहीं, वो तनखाईया होवेगा, ओनू जुर्माना लाया जाएगा, ओनू सजा तनख्वाह लाई जाएगी। हाथ जोड़ अरदास करावे, दे तनख्वाह आप बख्शावे। और इस करके जिन्ना चिर ओहो उस तनख्वाह नूं पूरी नहीं करता, जिवें गुरमत अनुसार किसी नूं छोटी किसी नूं वड्डी उस दे जुर्म के मुताबिक सज़ा लाई जाती है। जिस तरह राजा रणजीत सिंह जी नूं सज़ा लाई सी, उन्होंने अपने हाथी के हौदे विच अपने हाथी उत्ते मोरा नाम की नाची है लाहौर की, उन्होंने नाल बिठा लिया सीगा, इस करके उन्होंने सज़ा लाई सी 5 कोड़े मारन की। जिन्ना चिर सज़ा लगी वाला सिख पंजां दे कोल जाके अरदास नहीं कराउंदा और वो सज़ा नूं भुगतदा नहीं, उन्ना चिर वो माफ़ नहीं किया जाता जी। और जिहड़ा मेरा खालसा है मेरा सिख है, दोनों वास्ते आ। हुण ये ना सोचो इस तां सिख है जो मर्जी करते फिरिए, साडे वास्ते भी पक्के हुक्म हन। जिहड़ा मेरा सिख है वो हिंदू तुर्क दोहां तो न्यारा बन के रहे, केवल अमृतधारी वास्ते नहीं, दूजे वास्ते भी ये गल है। जे तू गुरु नानक नूं मनदा है तो एक बेड़ी ते पैर धर ला, पार हो जाएगा। 2 बेड़ियां ते चढ़न वाला कदे पार नहीं हुंदा, कोई सतनाम। इस करके मेरा सिख है जिहड़ा वो कदे भी गल विच जनेऊ नहीं पावेगा, और जे सिख होके जनेऊ पावेगा उहनूं तनख्वाह लगेगी, ते जिन्ना चिर तनख्वाह बख्शी ना जावे माफी नहीं मिलनी जी। इस करके मेरा सिख जिहड़ा जगत दी कान नूं त्याग देवे, जिवें इस ब्राह्मण ने त्याग दिती है, जिवें इस ब्राह्मण ने जगत कान नूं त्याग दिता है, उस तरह जगत दी कान त्याग के संसार तो निराला होके गुरमत धारे उदत विसाला। हिरदे विच ऐदां गुरमत धारण करो जिवें इस ब्राह्मण ने सिੱਖੀ नूं समझिया ते अपने गल चों जनेऊ ला दिता है जी। इस संसार दे विच जिहड़े मलेश हन, मलेश मल दी इच्छा रखण वाले, भाव माड़ी सोच रखण वाले, जिहड़े लोग मन विच विकार रखदे आ, मलेश किहनूं कहंदे आ? मल प्लस इच्छा। जिहड़ा दिमाग विच बुद्धि विच माड़ी सोच रखदा, माड़े ख्याल रखदा है, मलेश केवल मुसलमान नहीं है, हिंदू विच भी हो सकता है।
ਸਿੱਖਾਂ ਦੇ ਵਿੱਚ ਵੀ ਜੇ ਵਕਾਰ ਆ ਜਾਣ ਤਾਂ ਇਹ ਵੀ ਮਲੇਸ਼ ਦੀ ਕੈਟਾਗਰੀ ਵਿੱਚ ਆ ਜਾਂਦਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਗੁਰੂ ਸਾਹਿਬ ਕਹਿਣ ਲੱਗੇ ਸੰਸਾਰ ਵਿੱਚ ਮਲੇਸ਼ ਬਹੁਤ ਹਨ ਔਰ ਮਲ ਜਿਹੜੇ ਆ ਵਿਕਾਰ ਇਹ ਬੜੇ ਬਲਵਾਨ ਹਨ ਜਿਹੜੇ ਸਾਡੇ ਮਨ ਤੇ ਅਸਰ ਕਰਦੇ ਹਨ। ਔਰ ਜਿਹੜਾ ਮੇਰਾ ਸਿੰਘ ਹੈ, ਸਿੱਖ ਹੈ, ਖਾਲਸਾ ਹੈ, ਸੂਰਮਾ ਹੈ, ਯੋਧਾ ਹੈ, ਇਸ ਮਲੇਸ਼ ਨੂੰ ਭਾਵ ਵਿਕਾਰਾਂ ਨੂੰ ਵੀ ਖਤਮ ਕਰੇਗਾ ਤੇ ਜ਼ੁਲਮ ਕਰਨ ਵਾਲੇ ਮਲੇਸ਼ ਮੁਗਲ ਨੂੰ ਵੀ ਖਤਮ ਕਰੇਗਾ। ਮੇਰਾ ਖਾਲਸਾ ਇਹਨਾਂ ਦੋਹਾਂ ਤੋਂ ਨਿਰਾਲਾ ਰਹੇਗਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਔਰ ਜਿਹੜਾ ਮੇਰੀ ਗੱਲ ਮੰਨੇਗਾ ਉਹਦਾ ਲੋਕ ਤੇ ਪਰਲੋਕ ਦੋਨੇ ਹੀ ਸਫਲੇ ਹੋ ਜਾਣਗੇ। ਮੈਂ ਤਿੰਨ ਕੋ ਸੰਗੀ ਮੁਦਕਾਰੀ, ਮੈਂ ਵਾਅਦਾ ਕਰਦਾ ਉਹਦੀ ਇੱਥੇ ਵੀ ਮਦਦ ਕਰਾਂਗਾ ਉਥੇ ਵੀ ਕਰਾਂਗਾ। ਖਾਲਸਾ ਮੇਰਾ ਰੂਪ ਹਿਤ ਮਰਿਆਦਾ ਕਰੈ ਅਨੂਪ। ਔਰ ਜਿਹੜਾ ਮੇਰਾ ਖਾਲਸਾ ਹੈ ਉਹ ਹਮੇਸ਼ਾ ਆਪਣੀ ਮਰਜ਼ਾਦਾ ਵਿੱਚ ਰਹਿਣਾ ਕਰੇ, ਮਰਜ਼ਾਦਾ ਨੂੰ ਨਾ ਤਿਆਗੇ। ਸੋ ਸਭ ਕੇ ਅੰਗੀਕਾਰਾ ਤਨ ਸਿੱਖਣ ਕੇ ਮੈਂ ਅਨੁਸਾਰ। ਔਰ ਜਿਹੜਾ ਮੇਰਾ ਸਿੱਖ ਮੇਰਾ ਖਾਲਸਾ ਮਰਜ਼ਾਦਾ ਵਿੱਚ ਰਹੇਗਾ ਔਰ ਮੈਂ ਉਸ ਨੂੰ ਅੰਗੀਕਾਰ ਕਰ ਲਵਾਂਗਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੈ ਨਾਨਕ ਮਨ ਮੇਰੇ ਤੂੰ ਸਦਾ ਰਹੋ ਹਰ ਨਾਲੇ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਸਭ ਕੇ ਅੰਗੀਕਾਰਾ, ਮੈਂ ਉਹਨੂੰ ਅੰਗੀਕਾਰ ਕਰ ਲਵਾਂਗਾ, ਮੈਂ ਆਪਣਾ ਬਣਾ ਲਵਾਂਗਾ, ਮੈਂ ਉਹਨਾਂ ਸਿੱਖਾਂ ਦੇ ਅਨੁਸਾਰ ਚੱਲਾਂਗਾ। ਆਪ ਸਵਾਰੇ ਮੈਂ ਮਿਲੈ, ਮੈਂ ਮਿਲਿਆ ਸੋ ਖੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੇ ਮੇਰਾ ਸਿੱਖ ਮਰਜ਼ਾਦਾ ਵਿੱਚ ਰਹੇਗਾ ਫਿਰ ਮੈਂ ਜਿਵੇਂ ਉਹ ਚਾਹੇਗਾ ਕਰਾਂਗਾ। ਹੋਏ ਏਮਾ ਕਲਗੀਧਰ ਸਿੱਖ ਸਮਝਾਏ ਅਪਰ ਖਿਆਲ ਬਹਾਪਨ ਬਿਰਮਾਏ। ਇਸ ਤਰ੍ਹਾਂ ਗੁਰੂ ਪਿਆਰੋ ਸ਼ਿਕਾਰ ਖੇਡਣ ਗਿਆ, ਇਹ ਘਟਨਾ ਘਟੀ ਤੇ ਦੇਖੋ ਕਿਤਨਾ ਗਿਆਨ ਸਤਿਗੁਰਾਂ ਨੇ ਫਿਰ ਅੱਗੇ ਸਿੱਖ ਸੰਗਤਾਂ ਨੂੰ ਬਖਸ਼ਿਸ਼ ਕੀਤਾ ਹੈ। ਫਿਰ ਹੋਰ ਗੱਲਾਂ ਬਾਤਾਂ ਚੱਲ ਪਈਆਂ। ਸ਼ਸਤਰ ਨਾ ਕਾਹੇ ਰਤਾ ਹਰ ਖਾਵਹਿ ਫੂਲਨ ਮਾਲਾ ਧੂਪ ਸਦਾ ਖਾਵਹਿ। ਸਤਿਗੁਰੂ ਸ਼ਸਤਰਾਂ ਨੂੰ ਬੜਾ ਪਿਆਰ ਕਰਦੇ ਹਨ, ਸ਼ਸਤਰਾਂ ਦੀ ਪੂਜਾ ਕਰਦੇ ਆ। ਖਾਲਸਾ ਦੋ ਚੀਜ਼ਾਂ ਦੀ ਪੂਜਾ ਕਰਦਾ ਹੈ, ਸ਼ਾਸਤਰ ਦੀ ਤੇ ਸ਼ਸਤਰ ਦੀ। ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਔਰ ਜਾਂ ਫਿਰ ਸ੍ਰੀ ਸਾਹਿਬ ਦੀ ਸ਼ਸਤਰਾਂ ਦੀ। ਇਹਨਾਂ ਦੋ ਚੀਜ਼ਾਂ ਨੂੰ ਖਾਲਸੇ ਦਾ ਪਿਆਰ ਹੈ। ਸੱਚ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨਵੋਂ ਜਿੱਤੇ ਸ਼ਸਤਰੰਗ, ਜਿੰਨੇ ਵੀ ਸ਼ਸਤਰ ਹਨ ਇਹ ਸ਼ਾਸਤਰ ਲੋਹੇ ਵਾਲੇ ਸਰਬ ਲੋਹ ਦੇ ਜਿੰਨੇ ਵੀ ਸ਼ਸਤਰ ਹਨ ਮੈਂ ਇਹਨਾਂ ਨਮਸਕਾਰ ਕਰਦਾ ਹਾਂ ਔਰ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਵੀ ਨਮਸਕਾਰ ਕਰਦਾ ਹਾਂ ਜਿਨ੍ਹਾਂ ਦੇ ਵਿੱਚ ਗਿਆਨ ਦੀ ਗੱਲ ਹੈ। ਲੇਕਿਨ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੈ। ਮੇਰੇ ਪ੍ਰੀਤਮ ਜੀ ਕਹਿੰਦੇ ਉਹ ਸ਼ਾਸਤਰਾਂ ਨੂੰ ਬੜਾ ਪਿਆਰ ਕਰਦੇ ਹਨ, ਦੋਨੇ ਟਾਈਮ ਉਹਨਾਂ ਨੂੰ ਫੁੱਲਾਂ ਦੀ ਸੁਗੰਧੀ ਵਿੱਚ ਰੱਖਦੇ ਹਨ। ਦੋਹਰਾ ਸ਼ਸਤਰਾ ਸਹਿ ਪਚ ਪੰਜਵੇ ਸ੍ਰੀ ਦੇਵੀ ਵਿਦਤਾਏ, ਸਤ ਪੰਜੇ ਮੈਂ ਸਤਿਗੁਰ ਕਹੇ ਮਸੰਦ ਚੁਠਾਏ। 1755 ਦੇ ਵਿੱਚ ਗੁਰੂ ਪਿਆਰਿਓ ਦੇਵੀ ਵਾਲੀ ਘਟਨਾ ਘਟੀ ਸੀ ਔਰ ਉਸ ਤੋਂ ਬਾਅਦ 57 ਦੇ ਵਿੱਚ ਗੁਰੂ ਸਾਹਿਬ ਨੇ ਮਸੰਦਾਂ ਨੂੰ ਸਜ਼ਾਵਾਂ ਦਿੱਤੀਆਂ ਸੀਗੀਆਂ ਔਰ ਮਸੰਦ ਕੱਟ ਦਿੱਤੇ ਸਨ। ਜਿਹੜੇ ਮਸੰਦ ਉਹਨਾਂ ਦਾ ਝੂਠ ਚੱਲ ਨਿਕਲਿਆ, ਪ੍ਰਗਟ ਹੋਇਆ ਤੇ ਸਤਿਗੁਰਾਂ ਨੇ ਸੰਗਤਾਂ ਨੂੰ ਕਹਿ ਦਿੱਤਾ ਸੀਗਾ ਅੱਜ ਤੋਂ ਬਾਅਦ ਮੇਰਾ ਕੋਈ ਮਸੰਦ ਨਹੀਂ, ਮੇਰਾ ਕੋਈ ਏਜੰਟ ਨਹੀਂ, ਅੱਜ ਤੋਂ ਬਾਅਦ ਮੇਰੇ ਤੇ ਸੰਗਤ ਦੇ ਵਿਚਾਲੇ ਕੋਈ ਵੀ ਐਸਾ ਮਸੰਦ ਨਹੀਂ ਹੈਗਾ। ਤੁਸੀਂ ਜੋ ਵੀ ਗੁਰੂ ਘਰ 'ਚ ਲੈ ਕੇ ਆਉਣਾ ਆਪਣੇ ਹੱਥੀਂ ਸਿੱਧੇ ਲੈ ਕੇ ਆਓ, ਜਦੋਂ ਮਰਜ਼ੀ ਲੈ ਕੇ ਆਓ। ਕੋਈ ਸਤਨਾਮ ਸ੍ਰੀ ਵਾਹਿਗੁਰੂ। ਮਸੰਦਾਂ ਨੂੰ ਕੱਟ ਦਿੱਤਾ ਸੀ 2 ਸਾਲਾਂ ਬਾਅਦ 57 ਦੇ ਵਿੱਚ। ਪੂਰਵ ਦਿਸ ਮੈਂ ਨਗਰ ਵਿਸਾਲੇ ਕਾਸ਼ੀ ਪਟਨਾ ਸਿੱਖ ਬੰਗਾਲੇ। ਔਰ ਚੜ੍ਹਦੇ ਵਾਲੇ ਪਾਸੇ ਵੱਡੇ ਸ਼ਹਿਰ ਕਾਸ਼ੀ, ਪਟਨਾ ਸਾਹਿਬ, ਬੰਗਾਲੇ ਆਦਿ। ਗਾਜੀਪੁਰ, ਢਾਕਾ, ਮੁੰਗੇਰ, ਰਾਜ ਮਹਿਲ,
ਮਿਰਜ਼ਾਪੁਰ ਹੀਰਾ ਗਾਜੀਪੁਰ, ਢਾਕਾ, ਮੁੰਗੇਰ, ਰਾਜ ਮਹਿਲ, ਮਿਰਜ਼ਾਪੁਰ ਆਦਿ ਸ਼ਹਿਰ ਵੱਡੇ ਵੱਡੇ ਜਿੱਥੇ ਕਿ ਸਤਿਗੁਰਾਂ ਦੇ ਮਸੰਦ ਰਹਿੰਦੇ ਸਨ। ਫਕਰਾਬਾਦ, ਮਕਸੂਦਾਬਾਦ, ਬ੍ਰਹਮਪੁੱਤਰ ਵਡਨਦ ਤੇ ਆਦ। ਔਰ ਫਰੂਕਾਬਾਦ, ਮਕਸੂਦਾਬਾਦ ਬ੍ਰਹਮਪੁੱਤਰ ਦਰਿਆ ਹੈ। ਇਸ ਦਰਿਆ ਦੇ ਪਰਲੇ ਪਾਸੇ ਵੀ ਚੜ੍ਹਦੇ ਵਾਲੇ ਪਾਸੇ ਕਹਿ ਲਗ ਗਿਣੀਐ ਪੂਰਬ ਦਿਸ ਕੇ ਦੇਤ ਕਾਰਗਰ ਪਾਏ ਪਰਸ ਕੇ। ਉਧਰ ਵੀ ਮੇਰੇ ਨਾਨਕ ਦੀਆਂ ਬੇਅੰਤ ਸੰਗਤਾਂ ਹਨ ਜਿਹੜੀਆਂ ਗੁਰੂ ਕਾ ਦਸਵਾਂ ਦਸੌਂਦ ਕੱਢਦੀਆਂ ਹਨ। ਲਵੈ ਮਸੰਦਾ ਆਤਾ ਤੇ ਧਨ ਲਿਆਵੈ ਅਦਕ ਅਰਧ ਤੇ ਆਪ ਛਪਾਵੈ। ਉਹ ਦੋ ਮਸੰਦ ਉਸ ਪਾਸੇ ਚੱਲਦੇ ਸਨ, ਚਈਆ ਤੇ ਮਈਆ ਨਾਮ ਦੇ। ਔਰ ਇਹ ਕੀ ਕਰਦੇ, ਇਹਨਾਂ ਇਲਾਕਿਆਂ ਵਿੱਚੋਂ ਚੜ੍ਹਦੇ ਵਾਲੇ ਪਾਸਿਓਂ ਮਾਇਆ ਇਕੱਠੀ ਕਰਦੇ, ਦਸੌਂਦ ਇਕੱਠਾ ਕਰਦੇ, ਅੱਧਾ ਗੁਰੂ ਕੋਲੇ ਪਹੁੰਚਾ ਦਿੰਦੇ ਤੇ ਅੱਧਾ ਵਿੱਚੋਂ ਆਪ ਰੱਖ ਲੈਂਦੇ ਜੀ। ਸਤਿਗੁਰੂ ਖਜ਼ਾਨੇ ਬਹੁਤ ਅੰਤੇ ਜਿਨ ਗਰਭ ਮਹਾਨੇ। ਔਰ ਅੱਧਾ ਕੁ ਭੇਜ ਦਿੰਦੇ, ਕੁਝ ਭੇਜ ਦਿੰਦੇ, ਕੁਝ ਰੱਖ ਲੈਂਦੇ। ਇਹ ਗੁਰੂ ਘਰ ਦੀ ਜਿਹੜਾ ਚੜਾਵਾ ਖਾ ਖਾ ਕੇ ਇਹਨਾਂ ਨੂੰ ਹੰਕਾਰ ਹੋ ਗਿਆ। ਇਹਨਾਂ ਚਈਏ ਮਈਏ ਮਸੰਦਾਂ ਦੀ ਜਿਹੜੀ ਹੈ ਮੱਤ ਮਾਰੀ ਗਈ ਜੀ। ਮੇਰੇ ਮੁਕਤਾ ਆਦ ਜਵਾਹਰ ਅਨ ਰੱਖੈ ਪਾਸ ਜਹਾਰ। ਔਰ ਜੇ ਕਿਤੇ ਸੰਗਤਾਂ ਨੇ ਗੁਰੂ ਪਿਆਰਿਓ, ਧਨੀ ਸੰਗਤਾਂ ਨੇ ਹੀਰੇ ਜਵਾਹਰਾਤ ਵੀ ਦੇ ਦੇਣੇ ਵੀ ਆ ਵੀ ਸਾਡੀ ਵਸਤੂ ਭੇਟ ਕਰ ਦਿਓ। ਕਹੋ ਗੁਰੂ ਸਾਹਿਬ ਦਾ ਜਿਹੜਾ ਹੈ ਗਹਿਣੇ ਆਦਿ ਬਣਦੇ, ਉਹਨਾਂ ਦੇ ਵਿੱਚ ਵੀ ਲੱਗਦਾ, ਕਲਗੀ ਵਿੱਚ ਵੀ ਹੀਰੇ ਜਮੋਤੀ ਲੱਗਦੇ, ਔਰ ਜਗ੍ਹਾ ਦੇ ਵਿੱਚ ਵੀ ਲੱਗਦੇ। ਤੇ ਸਿੱਖ ਸੰਗਤਾਂ ਦਾ ਕੋਲ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਤਾਈਓ ਪਾਤਸ਼ਾਹ ਮਹਿਮਾ ਕਰਦੇ ਆ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੋ ਗਰੀਬ ਕਰੋੜ ਪਰੇ। ਔਰ ਹੀਰੇ ਜਵਾਹਰਾਤ ਮੋਤੀ ਵੀ ਆਦਿ ਆਉਂਦੇ। ਔਰ ਇਹ ਚਈਆ ਮਈਆ ਨਾਮ ਦੇ ਮਸੰਦ ਕੁੰਡੀ ਲਾ ਕੇ ਆਪਣੇ ਘਰੇ ਹੀ ਰੱਖ ਲੈਂਦੇ ਜੇ। ਵਸਤਰ ਵਿਭੂਖਣ ਮੌਲ ਵਡੇਰੇ ਸਿੱਖਣ ਤੇ ਲੈ ਰਾਖਤ ਡੇਰੇ। ਕੋਈ ਕੀਮਤੀ ਵਸਤਰ ਆਉਣੇ, ਕੋਈ ਹੋਰ ਕੀਮਤੀ ਗਹਿਣੇ ਆਉਣੇ, ਉਹ ਵੀ ਇਹਨਾਂ ਨੇ ਲੁਕੋ ਲੈਣੇ ਜੀ। ਪੂਜਾ ਦਰਬ ਖਾਏ ਵਸਿਆ ਬਿਆ ਸਾਰੀ ਸਰਦਾ ਛੋਰ ਗਈ ਮਤ ਮਾਰੀ। ਔਰ ਪੂਜਾ ਦੀ ਮਾਇਆ ਖਾ ਖਾ ਕੇ, ਪੂਜਾ ਦਾ ਧਨ ਖਾ ਖਾ ਕੇ ਸਾਰੀ ਉਮਰ ਇਹਨਾਂ ਨੇ ਖਾਧਾ। ਦੇਖੋ ਗੁਰੂ ਸਾਹਿਬ ਨੇ 10ਵੇਂ ਜਾਮੇ ਜਾ ਕੇ ਬੰਦ ਕੀਤੇ। ਇਹ ਪੂਜਾ ਦਾ ਧਨ ਖਾ ਖਾ ਕੇ ਇਹਨਾਂ ਦੀ ਮਤ ਮਾਰੀ ਗਈ ਤੇ ਸ਼ਰਧਾ ਵੀ ਦਿਮਾਗ ਵਿੱਚੋਂ ਖਤਮ ਹੋ ਗਈ ਗੁਰੂ ਪ੍ਰਤੀ। ਹਮ ਸਕੇਲ ਗੁਰ ਕਾ ਧਨ ਦੇ ਹੈ ਨਤ ਘਰ ਬੈਠੇ ਕਿਤ ਤੇ ਪੈ ਹੈ। ਔਰ ਹੁਣ ਇਹਨਾਂ ਦੇ ਦਿਮਾਗ ਵਿੱਚ ਕੀ ਖਿਆਲ ਆ ਗਿਆ ਵੀ ਗੁਰੂ ਘਰ ਸਾਡੇ ਕਰਕੇ ਚੱਲਦਾ ਹੈ ਜੀ। ਅਸੀਂ ਸਮਾਨ ਇਕੱਠਾ ਕਰਕੇ ਦਿੰਨੇ ਆ, ਫਿਰ ਉੱਥੇ ਖਰਚਾ ਚੱਲਦਾ, ਨਹੀਂ ਤਾਂ ਬੈਠੇ ਰਹਿਣ ਲੋਕ ਘਰੋਂ ਘਰੀ ਤੇ ਗੁਰੂ ਸਾਹਿਬ ਆਪਣੇ ਘਰੇ ਬੈਠੇ ਰਹਿਣ। ਅਸੀਂ ਪਹੁੰਚਾਉਣੇ ਆ ਤਾਂ ਪਹੁੰਚਦਾ। ਇੱਕ ਵਾਰੀ ਕੁੱਤਾ ਗੱਡੇ ਦੇ ਥੱਲੇ ਥੱਲੇ ਚੱਲ ਪਿਆ, ਉਦੋਂ ਧੁੱਪ ਸੀਗੀ, ਧੁੱਪ ਕਰਕੇ ਗੱਡੇ ਦੇ ਹੇਠਾਂ ਵੜ ਗਿਆ ਤੇ ਜਦੋਂ ਕੋਈ ਦਮ ਲਿਆ ਤੇ ਫਿਰ ਉਹਨੂੰ ਹੰਕਾਰ ਹੋ ਗਿਆ ਵੀ ਗੱਡਾ ਸ਼ਾਇਦ ਮੇਰੇ ਸਿਰ ਤੇ ਚੱਲ ਰਿਹਾ। ਕਹੋ ਸਤਨਾਮ, ਮੈਂ ਹੀ ਗੱਡੇ ਨੂੰ ਚੱਕ ਕੇ ਲਈ ਜਾਣਾ। ਇਹ ਹਾਲ ਇਹਨਾਂ ਮਸੰਦਾਂ ਦਾ ਹੋ ਗਿਆ ਸੀ, ਹੰਕਾਰੀ ਹੋ ਗਏ ਜੀ। ਇਹਦੇ ਦਾਇਕ ਮਨ ਜਾਣਤ ਕਰਵੈ ਲਾਖਾਂ ਨਿਜ ਕਰ ਰਾਖੈ ਤਰਵੈ। ਹੁਣ ਇਹਨਾਂ ਨੇ ਦਸਵਾਂ ਦਸੌਂਦ ਵਿੱਚੋਂ ਕੁੰਡੀ ਲਾ ਲਾ ਕੇ ਲੱਖਾਂ ਰੁਪਈਆ ਤੇ ਹੀਰੇ ਜਵਾਹਰ ਆਪਣੇ ਘਰ ਵਿੱਚ ਇਕੱਠੇ ਕਰ ਲਏ ਜੇ। ਸਿੱਖ ਬੰਗਾਲੇ ਤੇ ਇੱਕ ਆਇਆ ਥਾਨ ਬਾਦਲਾ ਕਾ ਇੱਕ ਲਿਆਇਓ। ਔਰ ਬੰਗਾਲ ਦੇ ਇਲਾਕੇ ਦਾ ਇੱਕ ਸਿੱਖ ਆਇਆ ਬਾਦਲਾ। ਬਾਦਲਾ ਜਰੀ ਦਾ ਕੱਢਿਆ ਹੋਇਆ ਕੱਪੜਾ ਬੜਾ ਕੀਮਤੀ, ਜਿਸ ਦੇ ਚੋਲੇ ਬਣਦੇ ਸਨ ਔਰ ਮਾਤਾਵਾਂ ਦੇ ਵੀ ਕੱਪੜੇ ਬਣ ਜਾਂਦੇ ਸਨ। ਉਹ ਬਾਦਲਾ ਕੱਪੜਾ ਬੜਾ ਕੀਮਤੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ, ਪੱਟ ਦਾ, ਰੇਸ਼ਮ ਦਾ, ਵਿੱਚ ਤਿੱਲੇਦਾਰ ਕਢਾਈ ਵਿੱਚ ਤਿੱਲਾ ਪਾਇਆ ਹੁੰਦਾ। ਜਦੋਂ ਕੱਪੜਾ ਬਣਾ ਕੇ ਪਹਿਨਿਆ ਜਾਂਦਾ, ਜਦ ਹਲਦਾ ਨਾ ਤੇ ਸੂਰਜ ਵਾਂਗੂ ਲਸ਼ਕੋਰਾਂ ਪੈਂਦੀਆਂ ਉਹਨਾਂ ਕੱਪੜਿਆਂ ਚੋਂ। ਇਹ ਬੰਗਾਲ ਦਾ ਇੱਕ ਸਿੱਖ ਹੈ ਜਿਹੜਾ ਇਹ ਥਾਨ ਬਾਦਲੇ ਦਾ ਲੈ ਕੇ ਆਇਆ ਹੈ ਜੀ। ਆਣ ਆਨੰਦ ਪਰ ਡੇਰਾ ਔਰ ਸੰਗ ਜਹ ਸੰਗ ਕਨੇਰਾ। ਔਰ ਇਹ ਜਥੇ ਦੇ ਨਾਲ ਆਇਆ ਹੈ, ਆ ਆਨੰਦਪੁਰ ਸਾਹਿਬ ਪਹੁੰਚਿਆ ਔਰ ਆ ਕੇ ਕਿਤੇ ਡੇਰਾ ਕੀਤਾ ਹੈ ਜੀ। ਜਬ ਸਤਿਗੁਰ ਨੇ ਸਭਾ ਲਗਾਈ ਦੇਣ ਲਗੇ ਦਰਸ਼ਨ ਸਮਦਾਈ। ਤੇ ਜਦੋਂ ਦੀਵਾਨ ਸਜਿਆ ਫਿਰ ਦੂਜੇ ਦਿਨ ਤੜਕੇ
ਸਤਿਗੁਰਾਂ ਦੇ ਦਰਸ਼ਨ ਖੁੱਲੇ ਹੋਣ ਲੱਗੇ ਜੀ। ਪੂਰਵ ਕੀ ਸੰਗਤ ਜੋ ਪਾਰੀ ਅਨਕਾ ਕੋਰਨਾ ਕੋ ਕਰਤਾਰੀ। ਔਰ ਜਿਹੜੀ ਚੜ੍ਹਦੇ ਪਾਸੇ ਦੀ ਇਹ ਸੰਗਤ ਆਈ ਹੈ, ਇਹ ਸਾਰੀਆਂ ਆਪਣੀਆਂ ਭੇਟਾਵਾਂ ਲਿਆ ਕਰਕੇ ਗੁਰੂ ਸਾਹਿਬ ਨੂੰ ਭੇਟ ਕਰਨ ਲੱਗੇ ਜੀ। ਪਹੁੰਚ ਕਰਿਆ ਦਰਸ਼ਨ ਗੁਰ ਕੇਰਾ ਬੰਧਨ ਕਰ ਕਰ ਭਾਉ ਕਨੇਰਾ। ਔਰ ਸਤਿਗੁਰਾਂ ਦੀ ਹਜ਼ੂਰੀ ਵਿੱਚ ਆ ਕੇ ਨਮਸਕਾਰਾਂ ਹੋਣ ਲੱਗੀਆਂ, ਜੋ ਭੇਟਾਵਾਂ ਲਿਆ ਕੇ ਸਤਿਗੁਰਾਂ ਨੂੰ ਭੇਟ ਕਰਨ ਲੱਗੇ ਜੀ। ਸਰਬ ਅਕਾਰ ਅਰਪ ਕਰਿਆ ਕੇ ਧਰਿਓ ਧਿਆਨ ਜਗਮਤਾ ਜਾਗੇ। ਜਦੋਂ ਸਿੱਖ ਸੰਗਤਾਂ ਨੇ ਆਪਣੀਆਂ ਭੇਟਾਵਾਂ ਰੱਖੀਆਂ ਤੇ ਉਹ ਸਿੱਖ ਨੇ ਉਹ ਜਰੀ ਬਾਦਰੇ ਦਾ ਕੱਢਿਆ ਹੋਇਆ ਥਾਨ ਰੱਖਿਆ ਤੇ ਉਹਦੇ ਉੱਤੇ ਲਾਈਟਾਂ ਪਈਆਂ ਤੇ ਉਹ ਜਗਮਗ ਜਗਮਗ ਕਰਦਾ ਸੀ। ਸਭਾ ਸਰਬ ਅਵਲੋਕਤ ਕਹਿਓ ਵਸਤ ਅਜਾਇਬ ਇੱਕ ਇਹ ਲਹਿਓ। ਸਾਰੀ ਸੰਗਤ ਉਸ ਨੂੰ ਚਮਕਦਾ ਵੇਖ ਕੇ ਲਿਸ਼ਕਾਰੇ ਮਾਰਦਾ ਵੇਖ ਕੇ ਕਹਿੰਦੇ ਯਾਰ ਆਹ ਕੱਪੜਾ ਕਿਤਨਾ ਕੀਮਤੀ ਹੋਵੇਗਾ, ਇਹ ਤਾਂ ਅੱਜ ਪਹਿਲੀ ਵਾਰ ਦੇਖਿਆ ਇਦਾਂ ਦਾ। ਆਗੇ ਇਸਕੇ ਸਾਹਮਣੇ ਦੇਖਾ ਲੱਗਿਆ ਹੋਏਗਾ ਦਰਬਾਰ ਸਿੱਖਾ। ਇਸ ਕੱਪੜੇ ਦੇ ਥਾਨ ਤੇ ਕਿੰਨੇ ਪੈਸੇ ਲੱਗੇ ਹੋਣਗੇ, ਤਾਂ ਬੜਾ ਕੀਮਤੀ ਲੱਗਦਾ ਹੈ। ਸਤਿਗੁਰ ਤਿਸ ਔਰ ਨਿਹਾਰਾ ਹੱਥ ਜੋੜ ਤਿਨ ਬਾਕ ਉਚਾਰਾ। ਤੇ ਜਦੋਂ ਸਿੱਖ ਦੇ ਉਸ ਬਾਦਲੇ ਦੇ ਥਾਨ ਨੂੰ ਵੀ ਦੇਖਿਆ ਪਾਤਸ਼ਾਹ ਨੇ, ਫਿਰ ਜਿਹੜਾ ਲੈ ਕੇ ਆਇਆ ਸੀ ਉਸ ਦੇ ਵੱਲ ਦੇਖਿਆ, ਉਹਨੇ ਹੱਥ ਬੰਨ ਕੇ ਨਮਸਕਾਰ ਕੀਤੇ ਹੈ। ਪਠਿਓ ਥਾਣੇ ਕੇ ਆਗੇ ਇਸ ਕੀ ਸਭ ਜਿਸ ਕਾ ਧਨ ਲਾਗੇ। ਸਿੱਖਾ ਬੜਾ ਸੁੰਦਰ ਵਸਤਰ ਹੈ। ਹਾਂ ਮਹਾਰਾਜ, ਇਹ ਬਸ ਤੁਹਾਡੀ ਕਿਰਪਾ ਨਾਲ ਲੈ ਕੇ ਆਂਦਾ, ਬੜਾ ਕੀਮਤੀ ਹੈ। ਵਿੱਚ ਇਹਦੇ ਜਰੀ ਕੱਢੀ ਹੋਈ ਹੈ। ਪਹਿਲਾਂ ਤਾਂ ਜਰੀ ਦੀਆਂ ਤਾਰਾਂ ਸੋਨੇ ਦੀਆਂ ਹੁੰਦੀਆਂ ਸੀਗੀਆਂ, ਹੁਣ ਤਾਂ ਡੁਪਲੀਕੇਟ ਬਣਨ ਲੱਗ ਪਈਆਂ। ਤਾਂ ਗੁਰੂ ਪਿਆਰਿਓ, ਸਿੱਖ ਕਹਿਣ ਲੱਗਿਆ ਜੀ ਇੱਕ ਥਾਨ ਪਹਿਲਾਂ ਵੀ ਭੇਜਿਆ ਸੀ ਇਦਾਂ ਦਾ, ਇੱਥੋਂ ਭੇਦ ਖੁੱਲ ਗਿਆ ਚਈਏ ਮਈਏ ਦਾ। ਕਹੋ ਸਤਨਾਮ ਉਹਨਾਂ ਮਸੰਦਾ ਜਿੱਥੋਂ ਭੇਦ ਖੁੱਲਦਾ। ਕਹਿੰਦਾ ਜੀ ਇੱਕ ਥਾਨ ਪਹਿਲਾਂ ਵੀ ਇਦਾਂ ਦਾ ਭੇਜਿਆ ਸੀ ਇਸੇ ਨਾਲ ਦਾ। ਉਹ ਜਿਹੜਾ ਥਾਨ ਸੀ ਉਹ ਬੀਬੀਆਂ ਵਾਸਤੇ ਸੀ, ਉਹਦੀ ਕਢਾਈ ਬੀਬੀਆਂ ਦੇ ਪਹਿਨਣ ਵਾਲੀ ਸੀ, ਮਾਤਾਵਾਂ ਦੇ, ਤੁਹਾਡੇ ਮਹਿਲਾਂ ਦੇ। ਔਰ ਇਹ ਜਿਹੜਾ ਥਾਨ ਹੈ ਇਹਦਾ ਤੁਹਾਡਾ ਚੋਲਾ ਬਣ ਸਕਦਾ ਹੈ, ਇਹ ਮੈਂ ਤੁਹਾਡੇ ਲਈ ਲੈ ਕੇ ਆਇਆ ਜੀ। ਉਹ ਸਿੱਖ ਨੇ ਪੁੱਛ ਲਿਆ, ਮਹਾਰਾਜ ਜੀ ਉਹ ਥਾਨ ਦੇ ਕੱਪੜੇ ਬਣਾ ਕੇ ਮਾਤਾਵਾਂ ਨੇ ਪਹਿਨੇ ਕਿ ਨਹੀਂ? ਕਰੋ ਭਾਵਨਾ ਪੂਰਨ ਮੇਰੀ ਪਹਿਰੋ ਵਸਤਰ ਆਪ ਇੱਕ ਮੇਰੀ। ਔਰ ਮਹਾਰਾਜ ਮੇਰੀ ਭਾਵਨਾ ਪੂਰੀ ਕਰਿਓ, ਹੁਣ ਆਹ ਜਿਹੜਾ ਥਾਨ ਲੈ ਕੇ ਆਇਆ ਇਹ ਤੁਹਾਡੇ ਲਈ ਲਿਆਇਆ, ਤੇ ਕਿਰਪਾ ਕਰਕੇ ਇਹਦੇ ਵਸਤਰ ਬਣਾ ਕੇ ਨਾ ਇੱਕ ਵਾਰੀ ਮੈਨੂੰ ਪਹਿਨ ਕੇ ਦਿਖਾ ਦਿਓ। ਕਲਗੀਧਰ ਸੁਨ ਕਰ ਕਹਿਓ ਪ੍ਰਥਮ ਥਾਂ ਤੇ ਤੋ ਹਮ ਨਹਿ ਲਹਿਓ। ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਆਹ ਤਾਂ ਚੱਲ ਤੂੰ ਲਿਆਇਆ ਹੱਥੀਂ, ਤੇਰਾ ਪਹਿਲਾਂ ਵਾਲਾ ਤਾਂ ਇੱਥੇ ਨਹੀਂ ਪਹੁੰਚਿਆ ਹਜੇ, ਅਸੀਂ ਤਾਂ ਕੋਈ ਦੇਖਿਆ ਨਹੀਂ ਐਡਾ ਕੀਮਤੀ ਵਸਤਰ। ਔਰ ਜੇ ਸਾਡੇ ਕੋਲ ਆਇਆ ਹੁੰਦਾ ਸਾਨੂੰ ਪਤਾ ਲੱਗ ਜਾਂਦਾ, ਖਜ਼ਾਨਚੀ ਨੂੰ ਪੁੱਛੋ ਭਾਈ ਇਹਦੇ ਨਾਲ ਦਾ ਥਾਨ ਕੋਈ ਪਹਿਲਾਂ ਵੀ ਆਇਆ ਆਪਣੇ ਕੋਲ। ਜਿਹੜਾ ਖਜ਼ਾਨਚੀ ਸਮਾਨ ਸੰਭਾਲਦਾ ਸੀਗਾ ਗੁਰੂ ਪਿਆਰਿਓ, ਕੋਸ਼ ਖਜ਼ਾਨਚੀ ਪੈਸਾ ਵੀ ਸੰਭਾਲਦਾ ਸੀ, ਇਹ ਕੀਮਤੀ ਵਸਤੂਆਂ ਵੀ ਸੰਭਾਲ ਕੇ ਰੱਖਦਾ ਸੀ, ਲਿਖਦਾ ਵੀ ਸੀ ਵੀ ਕਿਹਦੀਆਂ ਕੌਣ ਕੀ ਲੈ ਕੇ ਆਇਆ। ਉਸ ਖਜ਼ਾਨਚੀ ਨੇ ਪੁੱਛਿਆ ਵੀ ਐਦਾਂ ਦਾ ਥਾਨ ਕੋਈ ਪਹਿਲਾਂ ਆਇਆ? ਉਹਨੇ ਸਾਰਾ ਖਜ਼ਾਨਾ ਵੇਖਿਆ, ਜੋ ਵਸਤੂਆਂ ਪਈਆਂ ਸੀਗੀਆਂ, ਕਹਿੰਦਾ ਵੀ ਕੋਈ ਐਦਾਂ ਦਾ ਥਾਨ ਪਹਿਲਾਂ ਦਾ ਨਹੀਂ ਆਇਆ ਜੀ। ਉਹ ਸਿੱਖ ਕਹਿੰਦਾ ਜੀ ਨਹੀਂ ਆਇਆਗਾ। ਸਿੱਖ ਨੂੰ ਸੱਦ ਲਿਆ, ਕਹਿਣ ਲੱਗੇ ਤੂੰ ਦੱਸ ਉਹ ਥਾਨ ਕਿਹਨੂੰ ਦਿੱਤਾ ਸੀ, ਮੈਨੂੰ ਦੱਸ ਕਿਹੜੇ ਮਸੰਦ ਨੂੰ ਫੜਾਇਆ ਹੈ। ਮਹਾਰਾਜ ਜੀ ਸਾਡੇ ਇਲਾਕੇ ਦਾ ਪਹਿਲਾ ਮਸੰਦ ਸੀ ਬਲਾਕੀ ਦਾਸ। ਔਰ ਉਹ ਬਲਾਕੀ ਦਾਸ ਮਸੰਦ ਜਿਹੜਾ ਸੀਗਾ ਉਹ ਤਾਂ ਵਸਤੂਆਂ ਪਹੁੰਚਾਉਂਦਾ ਰਹਿੰਦਾ ਸੀਗਾ, ਤੇ ਵੈਸੇ ਹੁਣ ਉਹ ਤਾਂ ਮਰ ਗਿਆ ਮਹਾਰਾਜ। ਮਰਿਓ ਸੋ ਪਾਛੈ ਚਈਐ ਮਈਆ ਆਨੈ ਸਗਲ ਕਾਰ ਦਵੈ ਭਈਆ। ਔਰ ਮਹਾਰਾਜ ਬਲਾਕੀ ਦਾਸ ਤੋਂ ਬਾਅਦ ਜਿਹੜਾ ਹੈ ਚਈਆ ਮਈਆ ਨਾਮ ਦੇ ਦੋ ਭਰਾ ਹਨ, ਉਹ ਸਾਰੀ ਕਾਰ ਭੇਟਾ ਉਹਨਾਂ ਨੇ ਸਾਂਭ ਲਈ ਹੈ।
ਉਹ ਮਸੰਦ ਬਣ ਗਏ ਹਨ। ਹੁਣ ਉਹ ਹੀ ਇਕੱਠਾ ਕਰਕੇ ਲਿਆਉਂਦੇ ਐ। ਇਹ ਬੰਗਾਲ ਦਾ ਰਹਿਣ ਵਾਲਾ ਸਿੱਖ ਹੈ, ਬੰਗਾਲੀ। ਕਹਿਣ ਲੱਗਿਆ ਬੜੀ ਤਾਕੀਦ ਕੀਤੀ ਸੀ, ਭਾਵ ਬੜਾ ਕਿਹਾ ਸੀਗਾ ਬਈ ਇਹ ਵਸਤਰ ਮੈਂ ਖਾਸ ਕਰਕੇ ਸਤਿਗੁਰਾਂ ਦੇ ਮਹਿਲਾਂ ਵਾਸਤੇ ਦੇ ਰਿਹਾ, ਮਾਤਾਵਾਂ ਵਾਸਤੇ, ਮਾਤਾ ਸੁੰਦਰੀ ਜੀ, ਮਾਤਾ ਜੀਤੋ ਜੀ, ਉਹਨਾਂ ਦੇ ਲਈ, ਮਾਤਾ ਗੁਜਰੀ ਜੀ, ਉਹਨਾਂ ਦੇ ਵਸਤਰਾਂ ਲਈ ਦੇ ਰਿਹਾ। ਮਹਾਰਾਜ ਬੜਾ ਸਮਝਾਇਆ ਸੀ, ਪਰ ਔਰ ਜਦੋਂ ਵਾਪਸ ਗਏ ਉਹ, ਮੈਂ ਪੁੱਛਿਆ ਬਈ ਮੇਰਾ ਬਾਦਲੇ ਵਾਲਾ ਥਾਨ ਗੁਰੂ ਸਾਹਿਬ ਨੂੰ ਦਿੱਤਾ ਕਿ ਨਹੀਂ ਦਿੱਤਾ? ਤੂੰ ਭਾਈ ਕਿਹਨੂੰ ਦੇ ਕੇ ਆਇਆ? ਪਾਤਸ਼ਾਹ ਨੂੰ ਇੰਨੀ ਗੱਲ ਸੁਣ ਕੇ ਗੁੱਸਾ ਚੜ ਗਿਆ। ਕਹਿੰਦੇ ਸੱਦ ਕੇ ਲਿਆਓ, ਹੁਣ ਚਾਹੀਏ ਮੈਨੂੰ, ਲਿਆਓ ਫੜ ਕੇ ਉਹਨਾਂ ਮਸੰਦਾਂ ਨੂੰ। ਇੰਨੀਆਂ ਕੀਮਤੀ ਵਸਤੂਆਂ ਆਪਣੇ ਘਰੇ ਲੁਕੋਈ ਜਾਂਦੇ ਹਨ। ਔਰ ਗੁਰੂ ਪਿਆਰਿਓ ਜਿੱਥੇ ਕਿਤੇ ਬੈਠੇ ਸੀਗੇ, ਜਾ ਲੱਭਿਆ ਉਹਨਾਂ ਨੂੰ। ਔਰ ਉਸ ਨੂੰ ਕਿਹਾ ਵੀ ਤੈਨੂੰ ਕਿਸੇ ਸਿੱਖ ਨੇ ਥਾਨ ਦਿੱਤਾ ਸੀ ਬਾਦਲੇ ਜਰੀ ਦਾ ਕੱਢਿਆ ਹੋਇਆ ਕੱਪੜੇ ਦਾ, ਔਰ ਗੁਰੂ ਸਾਹਿਬ ਨੇ ਉਹ ਮੰਗਿਆ ਹੈ। ਮਹਾਰਾਜ ਇੱਕ ਦਿਨ ਮੈਂ ਦੇਖਾ ਪਹਿਰਿਓ ਇਸ ਕੀ ਤਰ੍ਹਾਂ ਦਸੇਖਾ। ਔਰ ਇੱਕ ਹੋਰ ਸਿੱਖ ਹੈ ਉਸ ਇਲਾਕੇ ਦਾ, ਉਹ ਕਹਿਣ ਲੱਗਿਆ ਮਹਾਰਾਜ ਇੱਕ ਦਿਨ ਮੈਂ ਇਹਦੇ ਨਾਲ ਦੇ ਕੱਪੜੇ ਇਹਨਾਂ ਦੀ ਘਰਵਾਲੀ ਦੇ ਪਾਏ ਦੇਖੇ ਸੀ। ਯਾਦ ਕਹਿ ਵਿਆਹ ਸਮਾਜਾ ਔਰ ਉਹ ਕਿਸੇ ਵਿਆਹ ਵੀ ਚੱਲੀ ਸੀ, ਉਹ ਕੱਪੜੇ ਪਾ ਕੇ ਬੜੇ ਕੀਮਤੀ ਲੱਗੇ ਸਾਨੂੰ ਵੀ। ਔਰ ਹੁਣ ਪਹਿਲਾਂ ਤਾਂ ਚਈਆ ਮੁੱਕਰਨ ਲੱਗਿਆ, ਤੇ ਜਦੋਂ ਸਿੱਖ ਨੇ ਕਿਹਾ ਜੀ ਇਹਦੀ ਘਰਵਾਲੀ ਨੇ ਸੂਟ ਸਮਾ ਲਿਆ, ਉਹ ਮੈਂ ਪਾਇਆ ਹੋਇਆ ਦੇਖਿਆ, ਕਿਤੇ ਵਿਆਹ ਵੂ ਚੱਲੀ ਸੀ ਉਹਦੇ ਪਾਇਆ ਦੇਖਿਆ, ਫਿਰ ਚੁੱਪ ਕਰ ਗਿਆ। ਪਾਤਸ਼ਾਹ ਕਹਿੰਦੇ ਇਹਦੇ ਘਰੇ ਜਾਓ, ਚਾਹੀਏ ਦੇ ਲਿਆਓ ਵਸਤਰ ਜਿਹੜੇ ਇਹਨੇ ਬਣਾਏ ਆ। ਤੇ ਗੁਰੂ ਪਿਆਰੋ ਸਿੱਖ ਉਹਨਾਂ ਦੇ ਘਰ ਗਏ ਤੇ ਉਹ ਕੱਪੜੇ ਜਾਂ ਬਚਿਆ ਹੋਇਆ ਥਾਨ ਲੈ ਆਂਦਾ ਹੈ ਜੀ। ਔਰ ਉਹ ਕੱਪੜਾ ਸਿੱਖ ਦੇ ਨਵੇਂ ਥਾਨ ਨਾਲ ਮਿਲਾ ਕੇ ਦੇਖਿਆ, ਉਹ ਕਹਿੰਦਾ ਜੀ ਇਹੀ ਆ, ਇਹ ਤਾਂ ਮੈਂ ਮਾਤਾਵਾਂ ਲਈ ਭੇਜਿਆ ਸੀ। ਬਾਬਾ ਜੀ ਕਹਿੰਦੇ ਆ ਚਈਏ ਨੂੰ ਤਾਂ ਪੁੱਠਾ ਲਮਕਾਓ ਦਰਖਤ ਦੇ ਨਾਲ। ਹੁਣ ਇਹਦੇ ਪਾਪ ਬਹੁਤ ਹੈ, ਹੁਣ ਇਹਦੀ ਆਤਮਾ ਤਾਂ ਪਵਿੱਤਰ ਹੋਵੇਗੀ ਜੇ ਇਸ ਨੂੰ ਮਾਰਾਂਗੇ। ਉਸੇ ਵੇਲੇ ਗੁਰੂ ਪਿਆਰੋ ਸਿੱਖਾਂ ਨੇ ਫੜ ਕੇ ਚਈਏ ਮਸੰਦ ਨੂੰ ਪੁੱਠਾ ਲਮਕਾ ਦਿੱਤਾ ਹੈ ਜੀ। ਸਾਰਿਆਂ ਨੇ ਲਾਖਾਂ ਦੇਖਿਆ, ਜਿਸ ਦੇ ਅੰਦਰ ਗੁਰੂ ਪ੍ਰਤੀ ਭੋਰਾ ਵੀ ਸ਼ਰਧਾ ਨਹੀਂ ਸੀ ਰਹਿ ਗਈ। ਪਾਤਸ਼ਾਹ ਜੀ ਕਹਿੰਦੇ ਆ ਗੁਰੂ ਘਰ ਦੀ ਪੂਜਾ ਦਾ ਧਾਨ ਤਿੰਨ ਕੰਮ ਕਰਦਾ ਹੈ, ਲੰਗਰ ਦੀਆਂ ਰੋਟੀਆਂ ਤਿੰਨੇ ਕੰਮ ਕਰੇਨ, ਹੱਡ ਮਾਰਨ, ਹੱਡ ਗਾਲਣ, ਮੱਤ ਮਾਰਨ, ਕੰਮ ਕਰਨਾ ਦੇਣ, ਵਿਹਲੜਪੁਣਾ ਆ ਜਾਂਦਾ ਹੈ। ਇਸ ਕਰਕੇ ਫਿਰ ਇਹ ਤਾਂ ਸਿੱਧਾ ਹੀ ਗੁਰੂ ਘਰ ਦੀ ਪੂੰਜੀ ਹੀ ਖਾਣੀ ਸ਼ੁਰੂ ਕਰ ਦਿੱਤੀ, ਇਹਨੂੰ ਪੁੱਠਾ ਲਮਕਾ ਦਿੱਤਾ ਗਿਆ ਜੀ। ਜਿਵੇਂ ਜਿਵੇਂ ਮਸੰਦਾਂ ਦਾ ਭੇਦ ਖੁੱਲਦਾ ਜਾਂਦਾ ਹੈ, ਜਿਵੇਂ ਜਿਵੇਂ ਕੋਈ ਸਬੂਤ ਸਾਹਮਣੇ ਆ ਜਾਂਦਾ ਮਸੰਦ ਦੀ ਚੋਰੀ ਦਾ, ਪਾਤਸ਼ਾਹ ਸਜ਼ਾ ਦੇ ਦਿੰਦੇ ਹਨ। ਇੱਕ ਦਿਨ ਦੀ ਗੱਲ ਹੈ, ਸਤਿਗੁਰੂ ਸਭਾ ਦੇ ਵਿੱਚ ਬਿਰਾਜਮਾਨ ਹਨ। ਬਹੁ ਰੂਪੀ ਆ ਗਏ ਤਮਾਸ਼ਾ ਦਿਖਾਉਣ ਵਾਲੇ ਸਵਾਂਗੀ, ਸਵਾਂਗ ਧਾਰ ਕੇ ਭੰਡ। ਕਹਿੰਦੇ ਮਹਾਰਾਜ ਆਗਿਆ ਹੋਵੇ ਤੁਹਾਨੂੰ ਇੱਕ ਤਮਾਸ਼ਾ ਵਿਖਾਉਣਾ ਚਾਹੁੰਦੇ ਆ। ਅੱਜ ਦੇ ਕੱਲ ਦੀ ਬੋਲੀ ਵਿੱਚ ਕਹਿ ਦਿਓ ਛੋਟੀ ਜੀ ਫਿਲਮ। ਮਹਾਰਾਜ ਉਦੋਂ ਬੰਦੇ ਆਪ ਹੀ ਸਾਹਮਣੇ ਸਟੇਜ ਬਣਾ ਕੇ ਕਰਿਆ ਕਰਦੇ ਸਨ। ਤਾਂ ਕਹਿੰਦੇ ਤੁਹਾਨੂੰ ਇੱਕ ਤਮਾਸ਼ਾ ਵਿਖਾਉਣਾ ਚਾਹੁੰਦੇ ਹਾਂ
जे कहो ता सोना प्रभु कहयो मसंद बनावो स्वांग क्रिया इनकी दखनावो। पातशाह कहते भी साडे मुताबिक तमाशा दिखाओगे? कहते दसो स्क्रिप्ट कहानी दसो किहो जिहा बनाउणा? कहते मसंदां दा बना के दिखाओ। ਜਿਹੜੇ ਮਸੰਦ ਸਾਡੇ ਜਾਂਦੇ ਆ ਸੰਗਤਾਂ ਕੋਲੋਂ ਦਸਵਾਂ ਸੌਂਦ ਇਕੱਠਾ ਕਰਨ, ਉਹ ਕੀ ਕਰਦੇ ਆ, ਸੰਗਤਾਂ ਦੇ ਨਾਲ ਵਰਤਾਓ ਕਿਹੋ ਜਿਹਾ ਹੈ, ਸਾਨੂੰ ਇਸ ਕਹਾਣੀ ਤੇ ਨਾਟਕ ਬਣਾ ਕੇ ਦਿਖਾਓ। ਫਿਰ ਇਹ ਭੰਡ ਨਾਟਕ ਬਣਾ ਕੇ ਦਿਖਾਉਂਦੇ ਆ। ਬਸ ਫਿਰ ਤਾਂ ਪਾਤਸ਼ਾਹ ਨੂੰ ਗੁੱਸਾ ਚੜ੍ਹ ਜਾਂਦਾ ਵੀ ਇੱਦਾਂ ਇੱਦਾਂ ਕਰਦੇ ਆ ਜੀ। ਫਿਰ ਸਤਿਗੁਰੂ ਕੀ ਸਜ਼ਾ ਦਿੰਦੇ ਆ ਆਪਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਹੁਣ ਸਮਾਂ ਸਮਾਪਤੀ 'ਤੇ ਹੈ, ਇੱਥੇ ਰੋਕਣ ਦੀ ਆਗਿਆ ਬਖਸ਼ੋ। ਮੋਲ ਦੇ ਅਨੇਕਾਂ ਅੱਖਰ ਵੱਧ ਘਾਟ ਹੋ ਜਾਂਦੇ, ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। समाप्ति करिए। हे अच्युत हे पार ब्रह्म अविनाशी अगनास हे पूरन हे सर्व मैं भंजन गणदास हे संगी हे निरंकार हे निर्गुण सब टेका हे गोविंद हे गुण निधान सदा भवेका हे अपरंपर हर हरे है पिहोवन हे संत कै सदा संग आधार हे ठाकुर हों दास रो मैं निर्गुण गुण नहीं कोई नानक दीजा नाम दान को ही परोए आए प्रभ शरणागति कृपा निध दयाला एक अखर हर मन बसत नानक होत निहाल एक ओंकार सतगुरु ते प्रसाद सच होए वाहिगुरु जी की फतेह है विघ्न विनाशन सोए वाहिगुरु जी की फतेह है विघ्न विनाशन सोए वाहिगुरु जी का खालसा वाहिगुरु जी की वाहिगुरु जी की फतेह।